ਦੁਨੀਆ ਭਰ ਦੇ ਵਿੱਚ ਖਬਰਦਾਰ ਪੰਜਾਬ ਟੀਵੀ ਦੇ ਜ਼ਰੀਏ ਟਾਕਿੰਗ ਪੰਜਾਬ ਸ਼ੋਅ ਵਿਲੱਖਣ ਸ਼ੋਅ ਹੈ ਤੁਹਾਡਾ ਆਪਣਾ। ਇਹ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੈਂ ਸੁਰਿੰਦਰ ਸਿੰਘ ਤੁਹਾਡਾ ਆਪਣਾ ਸਾਰਿਆਂ ਦਾ ਸਵਾਗਤ ਕਰਦਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਕਾਫੀ ਮਸਲੇ ਅਸੀਂ ਇਹੋ ਜਿਹੇ ਛੋਹ ਚੁੱਕੇ ਹਾਂ ਜਿਹੜੇ ਤੁਹਾਡੇ ਨਾਲ, ਸਾਡੇ ਨਾਲ ਤੇ ਆਪਣੀ ਮਿੱਟੀ ਨਾਲ ਸੰਬੰਧ ਰੱਖਦੇ ਨੇ। ਅੱਜ ਜਿਹੜਾ ਵਿਸ਼ਾ ਅਸੀਂ ਛੋਹਣ ਲੱਗੇ ਹਾਂ ਇਹ ਕਾਫੀ ਨਾਜ਼ੁਕ ਹੈ। ਸਾਡਾ ਇਸ ਵਿਸ਼ੇ ਦੇ ਉੱਤੇ ਕਦੇ ਵੀ ਧਿਆਨ ਨਹੀਂ ਜਾਂਦਾ ਹੈਗਾ। ਮਸਲਨ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਅਸੀਂ ਆਪ ਇਸ ਦੇ ਉੱਤੇ ਸਵਾਰ ਹੁੰਨੇ ਹਾਂ। ਅਸੀਂ ਆਪ ਇਸ ਦੇ ਵਿੱਚ ਬੜੀ ਸਰਗਰਮੀ ਦੇ ਨਾਲ ਹਿੱਸਾ ਲੈ ਰਹੇ ਹੁੰਨੇ ਹਾਂ ਤੇ ਅਸੀਂ ਪਿਛਲੇ ਲਗਾਤਾਰ 30-35 ਸਾਲਾਂ ਤੋਂ ਇਸ ਜਿਹੜਾ ਮਜ਼ਮੂਨ ਹੈ ਨਾ ਅੱਜ ਗੱਲ ਕਰਨ ਲੱਗੇ ਹਾਂ ਇਹਦਾ ਹਿੱਸਾ ਰਹੇ ਹਾਂ ਅਸੀਂ। ਤੇ ਫਿਲਹਾਲ ਸੋਸ਼ਲ ਮੀਡੀਆ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਕਿਤੇ ਨਾ ਕਿਤੇ ਥੋੜਾ ਸਾਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ। ਪਰ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਅਸੀਂ ਮੌਖਿਕ ਰੂਪ ਦੇ ਵਿੱਚ ਮੂੰਹੋਂ ਮੂੰਹੀ ਜਿਹੜੀਆਂ ਗੱਲਾਂ ਅੱਗੇ ਚੱਲਦੀਆਂ ਸਨ ਉਹਨਾਂ ਦੇ ਜ਼ਰੀਏ ਇਸ ਖੇਡ ਦਾ, ਇਸ ਮਜ਼ਮੂਨ ਦਾ ਅਸੀਂ ਹਿੱਸਾ ਬਣੇ ਰਹੇ ਤੇ ਅੱਜ ਵੀ ਅਸੀਂ ਸਰਗਰਮੀ ਦੇ ਨਾਲ ਇਸ ਮਜ਼ਮੂਨ ਦੇ ਹਿੱਸੇ ਬਣੇ ਹੋਏ ਆ। ਭਾਵੇਂ ਕਿ ਸਰਕਾਰ ਚਾਹੁੰਦੀ ਹੈ, ਦੁਸ਼ਮਣ ਚਾਹੁੰਦਾ ਕਿ ਅਸੀਂ ਇਸ ਦਾ ਹਿੱਸਾ ਬਣੀਏ ਤੇ ਅਸੀਂ ਇਸ ਦਾ ਹਿੱਸਾ ਬਣੇ ਹੋਏ ਹਾਂ। ਇਹ ਮਜ਼ਮੂਨ ਕੀ ਹੈ, ਗੱਲ ਕੀ ਹੈ, ਸਬਜੈਕਟ ਕੀ ਹੈ ਅੱਜ ਦਾ। ਤੇ ਮੈਂ ਗੱਲ ਕਰਦਾ ਕਿ ਅੱਜ ਦਾ ਜਿਹੜਾ ਸਬਜੈਕਟ ਹੈ ਪੰਜਾਬ ਦੀ ਆਜ਼ਾਦੀ ਅਤੇ ਸਰਕਾਰੀ ਪ੍ਰਾਪੇਗੰਡਾ। ਇਹ ਅੱਜ ਦਾ ਮਜ਼ਮੂਨ ਹੈ, ਪ੍ਰਾਪੇਗੰਡਾ। ਪ੍ਰਾਪੇਗੰਡੇ ਦੇ ਇਸ ਦੌਰ 'ਚ ਪੰਜਾਬ ਕਿੱਥੇ ਖੜਾ ਤੇ ਅਸੀਂ ਕੀ ਇਸ ਪ੍ਰਾਪੇਗੰਡੇ ਦਾ ਹਿੱਸਾ ਬਣ ਚੁੱਕੇ ਹਾਂ। ਇਹ ਗੱਲ ਕਾਫੀ ਅਹਿਮ ਹੈ। ਮੈਂ ਕਹਿੰਦਾ ਕਿ ਜਦੋਂ ਸਾਡੇ ਜਿਹੜੇ ਪੰਜਾਬ ਦੇ ਵਿੱਚ ਕਾਮਰੇਡ ਭਰਾ ਨੇ ਜਿਹੜੇ ਸੱਚਮੁੱਚ ਤਰੀਕੇ ਨਾਲ ਸਮਾਜਵਾਦ ਲਿਆਉਣਾ ਚਾਹੁੰਦੇ ਸਨ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਉਹ ਕਿਸ ਵੇਲੇ ਰੂਸ ਵੱਲੋਂ ਕੀਤੇ ਜਾ ਰਹੇ ਪ੍ਰਾਪੇਗੰਡੇ ਦਾ ਹਿੱਸਾ ਬਣ ਗਏ ਤੇ ਉਹ ਜਿਹੜੀ ਸਫਲ ਤੌਰ ਦੇ ਉੱਤੇ ਉਹ ਖੇਡ ਖੇਡੀ ਸੀ ਰੂਸ ਨੇ ਤੇ ਉਹ ਬਾਦਸਤੂਰ ਹਾਲੇ ਵੀ ਜਾਰੀ ਹੈ। ਮਸਲਨ ਕੱਲਾ ਰੂਸ ਹੀ ਨਹੀਂ, ਦੁਨੀਆ ਦੀਆਂ ਹੋਰ ਵੱਡੀਆਂ ਤਾਕਤਾਂ ਜਿਹੜੀਆਂ ਪ੍ਰਾਪੇਗੰਡੇ ਦੀ ਖੇਡ ਖੇਡਦੀਆਂ ਨੇ ਉਹਦੇ ਤਹਿਤ ਹੁਣ ਭਾਰਤ ਵੀ ਉਸ ਖੇਡ ਦੇ ਵਿੱਚ ਕਾਫੀ ਅੱਗੇ ਵੱਧ ਚੁੱਕਾ ਹੈ ਤੇ ਉਸ ਵੱਲੋਂ ਜੋ ਤਵਾ ਚਲਾਇਆ ਜਾਂਦਾ ਉਹ ਤਵੇ ਦੇ ਵਿੱਚ ਜੋ ਧੂਣਾਂ ਨਿਕਲਦੀਆਂ ਨੇ ਅਸੀਂ ਉਹਨਾਂ ਦੇ ਉੱਤੇ ਨੱਚਣ ਲੱਗਦੇ ਹਾਂ, ਅਸੀਂ ਉਸ ਦਾ ਹਿੱਸਾ ਬਣ ਜਾਂਦੇ ਹਾਂ। ਇਹ ਵਿਹਾਰ ਹੈ। ਜਿਸ ਵੇਲੇ ਰੂਸ ਤੇ ਚੀਨ ਵੀਅਤਨਾਮ ਦੇ ਵਿੱਚ ਲੜ ਰਹੇ ਸਨ ਸਮਾਜਵਾਦ ਲਿਆਉਣ ਦੇ ਲਈ ਅਮਰੀਕਾ ਦੇ ਖਿਲਾਫ, ਅਮਰੀਕਾ ਨੂੰ ਇਸ ਗੱਲ ਦਾ ਇਲਮ ਨਹੀਂ ਹੋਇਆ ਕਿ ਉਹ ਰੂਸ ਅਤੇ ਚੀਨ ਦੇ ਪ੍ਰਾਪੇਗੰਡੇ ਦਾ ਸ਼ਿਕਾਰ ਹੋ ਗਿਆ। ਮਹਿਜ਼ ਜੇ ਗੱਲ ਹਥਿਆਰਾਂ ਦੀ ਕਰੀਏ, ਜਿਹੜੀ ਲੜਾਈ ਅਮਰੀਕਾ ਉੱਥੇ ਹਥਿਆਰ ਨਾਲ ਵੀਅਤਨਾਮ ਦੇ ਪੱਖ ਦੇ ਵਿੱਚ ਲੜ ਰਿਹਾ ਸੀ ਉਹ ਲੜਾਈ ਉਸ ਦੇ ਵਿਰੋਧ ਦੇ ਵਿੱਚ ਆਣ ਕੇ ਖੜੀ ਹੋ ਗਈ ਸਿਰਫ ਤੇ ਸਿਰਫ ਪ੍ਰਾਪੇਗੰਡੇ ਦੇ ਸਿਰ ਦੇ ਉੱਤੇ। ਰੂਸ ਨੇ ਵੀਅਤਨਾਮ ਦੀ ਜੰਗ ਸਿਰਫ ਪ੍ਰਾਪੇਗੰਡੇ ਦੇ ਸਿਰ ਤੇ ਜਿੱਤੀ। ਇਹ ਗੱਲ ਸਾਬਤ ਹੋ ਚੁੱਕੀ ਹੈ, ਹੁਣ ਸਾਰਿਆਂ ਨੂੰ ਪਤਾ। ਇਹ ਪ੍ਰਾਪੇਗੰਡਾ ਇੰਨਾ ਜ਼ਬਰਦਸਤ ਹਥਿਆਰ ਹੈ ਕਿ ਅਸੀਂ ਇਸ ਦੇ ਉੱਤੇ ਕਦੇ ਵੀ ਚਰਚਾ ਨਹੀਂ ਕੀਤੀ। ਕਦੇ ਸਾਨੂੰ ਇਸ ਗੱਲ ਦਾ ਇਲਮ ਨਹੀਂ ਹੋਇਆ ਕਿ ਸਾਨੂੰ ਪ੍ਰਾਪੇਗੰਡੇ ਦੇ ਉੱਤੇ ਵੀ ਗੱਲਬਾਤ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਪ੍ਰਾਪੇਗੰਡੇ ਦੇ ਦੌਰ 'ਚ ਪੰਜਾਬ ਖੜਾ ਕਿੱਥੇ ਹੈ, ਇਹ ਪ੍ਰਾਪੇਗੰਡਾ ਹੈ ਕੀ ਹੈ। ਕਿਉਂਕਿ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਨੇ ਜਿਹੜੀਆਂ ਦੁਨੀਆ ਨੂੰ ਚਲਾ ਰਹੀਆਂ ਨੇ ਉਹਨਾਂ 'ਚ ਪਹਿਲੇ ਨੰਬਰ ਤੇ ਪ੍ਰਾਪੇਗੰਡਾ ਆਉਂਦਾ, ਪਹਿਲੇ ਨੰਬਰ ਤੇ। ਬਾਕੀ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਨੇ। ਪ੍ਰਾਪੇਗੰਡਾ ਇਹ ਤਾਂ ਸਿੱਧ ਹੋ ਚੁੱਕਾ ਕਿ ਸਭ ਤੋਂ ਮਾਰੂ ਹਥਿਆਰ ਹੈ। ਕਿਸੇ ਤੋਪ ਨਾਲੋਂ, ਕਿਸੇ ਮਿਜ਼ਾਈਲ ਨਾਲੋਂ, ਕਿਸੇ ਪਰਮਾਣੂ ਬੰਬ ਨਾਲੋਂ ਵੀ ਜ਼ਿਆਦਾ ਖਤਰਨਾਕ ਚੀਜ਼ ਜਿਹੜੀ ਹੈ ਉਹ ਪ੍ਰਾਪੇਗੰਡਾ। ਸੋ ਪ੍ਰਾਪੇਗੰਡਾ ਚੰਗਾ ਵੀ ਹੋ ਸਕਦਾ ਤੇ ਮਾੜਾ ਵੀ ਹੋ ਸਕਦਾ। ਅਸੀਂ ਜਿਹੜੇ ਪ੍ਰਾਪੇਗੰਡੇ ਦੀ ਗੱਲ ਕਰਾਂਗੇ ਉਹ ਹੈ ਸੋਸ਼ਲ ਮੀਡੀਆ ਦੇ ਇਸ ਯੁੱਗ 'ਚ ਕਾਫੀ ਅਹਿਮ ਹੈ ਕਿ ਖਬਰ ਨੂੰ ਕਿਸੇ ਨੂੰ ਵਾਇਰਲ ਕਰਨਾ, ਕਿਸੇ ਖਬਰ ਨੂੰ ਜੰਗਲ ਦੀ ਅੱਗ ਵਾਂਗ ਫੈਲਾ ਦੇਣਾ, ਘਰੋਂ ਘਰੀ ਪਹੁੰਚਾ ਦੇਣਾ ਤੇ ਸਾਡੀ ਚੁੰਝ ਚਰਚਾ ਦਾ ਹਿੱਸਾ ਬਣਾ ਦੇਣਾ ਇੱਕ ਆਮ ਗੱਲ ਹੈ ਤੇ ਸਹਿਜ ਹੈ ਤੇ ਬਹੁਤ ਸੌਖੀ ਹੈ। ਇਸ ਨੂੰ ਕਿਸੇ ਵੀ ਤਰੀਕੇ ਨਾਲ ਅਸੀਂ ਲੈ ਸਕਦੇ ਹਾਂ ਤੇ ਇਹਦੇ 'ਚ ਸਮਾਂ ਸੀ ਜਦੋਂ ਖਬਰਾਂ ਬਣਦੀਆਂ ਸਨ, ਜਦੋਂ ਖਬਰਾਂ ਦੀ ਤਕਨੀਕ ਬਾਰੇ ਦੱਸਿਆ ਜਾਂਦਾ ਸੀ
ਪੱਤਰਕਾਰੀ ਦੇ ਸਕੂਲਾਂ ਦੇ ਵਿੱਚ, ਜਰਨਲਿਜ਼ਮ ਦੇ ਜਿਹੜੇ ਇੰਸਟੀਚਿਊਟ ਸਨ ਉਹਨਾਂ ਦੇ ਵਿੱਚ, ਉਹਨਾਂ 'ਚ ਸਾਨੂੰ ਇਹ ਸਮਝਾਇਆ ਜਾਂਦਾ ਸੀ ਕਿ ਕੁੱਤਾ ਬੰਦੇ ਨੂੰ ਵੱਢੇ ਇਹ ਖਬਰ ਨਹੀਂ ਹੈ, ਬੰਦਾ ਕੁੱਤੇ ਨੂੰ ਵੱਢੇ ਇਹ ਖਬਰ ਹੈ। ਉਹ ਫਿਰ ਅੱਗੇ ਤਕਨੀਕ ਦੱਸਦੇ ਸਨ ਕਿ ਇਸ ਖਬਰ ਨੂੰ ਉਸਾਰਨਾ ਕਿਵੇਂ ਹੈ, ਬਣਾਉਣਾ ਕਿਵੇਂ ਹੈ, ਤੇ ਇਹ ਜਿਹੜੀ ਮਾਸ ਮੀਡੀਆ ਦੇ ਇੱਕ ਮਾਧਿਅਮ ਦੇ ਤਹਿਤ ਅੱਗੇ ਲੋਕਾਂ ਤੱਕ ਜਾਣੀ ਹੈ, ਕਿਸ ਤਰੀਕੇ ਨਾਲ ਜਾਣੀ ਹੈ, ਤੇ ਉਹ ਟੇਬਲ ਦੇ ਉੱਤੇ ਨਿਰਧਾਰਿਤ ਹੁੰਦਾ। ਇਹ ਉੱਥੇ ਨਿਸ਼ਚਿਤ ਹੁੰਦਾ, ਇਹ ਉੱਥੇ ਤੈਅ ਹੁੰਦੀ ਹੈ ਗੱਲ ਕਿ ਇਸ ਖਬਰ ਦਾ ਅਸਰ ਕੀ ਜਾਣਾ ਚਾਹੀਦਾ ਲੋਕਾਂ ਦੇ ਵਿੱਚ, ਇਸ ਖਬਰ ਨੂੰ ਲੋਕਾਂ ਤੱਕ ਪਹੁੰਚਣਾ ਕਿਵੇਂ ਚਾਹੀਦਾ, ਉੱਥੇ ਟੇਬਲ ਦੇ ਉੱਤੇ ਤੈਅ ਹੋ ਜਾਂਦੀ ਹੈ। ਜਦੋਂ ਜਿਹੜਾ ਖਬਰ ਨਵੀਸ ਹੈ ਉਹ ਖਬਰ ਨੂੰ ਤਿਆਰ ਕਰ ਰਿਹਾ ਹੁੰਦਾ ਨਾ ਆਪਣੀ ਕਲਮ ਦੇ ਨਾਲ, ਅੱਜ ਕੱਲ ਤਾਂ ਜ਼ੁਬਾਨ ਦੇ ਨਾਲ ਤਿਆਰ ਕਰਨ ਲੱਗ ਪਏ, ਤਾਂ ਉਸ ਵੇਲੇ ਇਹ ਗੱਲ ਤੈਅ ਹੋ ਜਾਂਦੀ ਹੈ ਕਿ ਇਸ ਖਬਰ ਦਾ ਜਿਹੜਾ ਅਸਰ ਹੈ ਲੋਕਾਂ ਤੱਕ ਕੀ ਹੋਣਾ ਚਾਹੀਦਾ। ਭਾਵ ਇਹ ਹੈ ਕਿ ਇੱਕ ਕੁਝ ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਲੈਣ ਵਾਲਾ ਪੱਤਰਕਾਰ ਹੈ ਜਿਹੜਾ, ਉਹ ਆਪਣੇ ਬੌਸ ਦੀ ਜਿਹੜੀ ਜ਼ਿਹਨੀਅਤ ਹੈ ਉਸ ਦੇ ਜ਼ਰੀਏ ਇਹ ਫੈਸਲਾ ਕਰਦਾ ਕਿ ਲੋਕਾਂ ਨੂੰ ਜਿਉਣਾ ਕਿਵੇਂ ਚਾਹੀਦਾ, ਇਸ ਖਬਰ ਤੇ ਅਸਰ ਕਿਵੇਂ ਕਰਨਾ ਚਾਹੀਦਾ। ਕਲੀਅਰ? ਹੁਣ ਅੱਜ ਕੱਲ ਤਾਂ ਜਿਹੜਾ ਬੰਦਾ ਕੁੱਤੇ ਨੂੰ ਵੱਢਣ ਦੀ ਜਿਹੜੀ ਖਬਰ ਹੈ ਨਾ, ਬੰਦਾ ਕੁੱਤੇ ਨੂੰ ਵੱਢਣ ਲੱਗ ਪਿਆ, ਉਹ ਖਬਰ ਹੁੰਦੀ ਹੈ। ਇਹ ਗੱਲਾਂ ਆਮ ਹੋ ਗਈਆਂ, ਬਹੁਤ ਜ਼ਿਆਦਾ ਜਿਹੜੀਆਂ ਖਬਰਾਂ ਨੇ ਸਾਰੇ ਪਾਸਿਓਂ ਆ ਰਹੀਆਂ ਨੇ, ਟੀਵੀ ਤੇ, ਰੇਡੀਓ ਤੇ, ਅਖਬਾਰ ਤੇ, ਸੋਸ਼ਲ ਮੀਡੀਆ ਤੇ, ਉਹ ਬੰਦੇ ਵੱਲੋਂ ਕੁੱਤੇ ਨੂੰ ਵੱਢਣ ਦੀਆਂ ਖਬਰਾਂ ਆ ਰਹੀਆਂ ਨੇ। ਇਸ ਦੇ ਵਿੱਚ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ। ਕਿਤਾਬਾਂ ਉਹੀ ਨੇ, ਲਿਟਰੇਚਰ ਉਹੀ ਆ, ਗੱਲਾਂ ਉਹੀ ਨੇ, ਕਈ ਵਾਰ ਪਹਿਲਾਂ ਹੋ ਚੁੱਕੀਆਂ ਨੇ। ਉਹਨਾਂ ਨੂੰ ਜੇ ਹੁਣ ਸੋਸ਼ਲ ਮੀਡੀਆ ਦੇ ਵਿੱਚੋਂ ਕਦੇ ਨਹੀਂ ਆਈ ਖਬਰ, ਉਹਨਾਂ ਜਿਹੜੀਆਂ ਗੱਲਾਂ ਨੇ, ਉਹ ਜਿਹੜੇ ਵਿਵਾਦ ਨੇ, ਉਹ ਜਿਹੜੇ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਲ, ਸਦੀਆਂ ਪਹਿਲਾਂ ਵੀ ਚਰਚਾ ਹੋਈ ਹੈ, ਸਦੀਆਂ ਪਹਿਲਾਂ ਤੋਂ ਲਗਾਤਾਰ ਚਰਚਾ ਹੁੰਦੀ ਆ ਰਹੀ ਹੈ, ਉਹਨਾਂ ਨੂੰ ਦੁਬਾਰਾ ਲਿਸਟ ਕੀਤਾ ਗਿਆ, ਉਹਨਾਂ ਤੇ ਲਿਸਟ ਦੁਬਾਰਾ ਬਣਾਈ ਹੈ ਤੇ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਚਰਨ ਕੀਤਾ ਜਾ ਰਿਹਾ, ਉਹਦੇ 'ਚ ਮਧਾਣੀ ਪਾਈ ਜਾ ਰਹੀ ਹੈ, ਰਿੜਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਸਾਡੇ ਸਾਹਮਣੇ ਰੱਖਿਆ ਜਾ ਰਿਹਾ। ਤੇ ਇਹ ਕਈ ਵਾਰੀ ਦੇਖਦੇ ਹਾਂ ਅਸੀਂ ਕਿ ਗਰੁੱਪ ਬਣੇ ਹੋਏ ਨੇ WhatsApp ਦੇ ਉੱਤੇ, Facebook ਦੇ ਉੱਤੇ, ਆਪਣੇ ਆਪਣੇ ਫੋਨਾਂ ਦੇ ਉੱਤੇ ਗਰੁੱਪ ਬਣੇ ਹੋਏ ਨੇ। ਹੁਣ ਇੱਕ ਪਾਸੜ ਜਿਹੜੀ ਜਾਣਕਾਰੀ ਹੈ, ਜਿਹੜੀ ਤਾਂ ਉਹਨੂੰ ਸੂਟ ਕਰਦੀ ਹੈ ਜਾਣਕਾਰੀ, ਉਹ ਤਾਂ ਉਹ ਲੈ ਰਿਹਾ, ਉਹ ਤਾਂ ਉਹ ਹਾਸਲ ਕਰ ਰਿਹਾ, ਉਹ ਕਹਿੰਦਾ ਕਿ ਹਾਂ ਇਹ ਠੀਕ ਹੈ, ਇਹ ਗਰੁੱਪ ਵਧੀਆ ਯਾਰ, ਮੈਨੂੰ ਇਹਦੇ 'ਚ ਸ਼ਾਮਲ ਕੀਤਾ ਜਾਵੇ। ਜਿਹੜੀ ਉਹਦੇ ਵਿਰੋਧ ਦੇ ਵਿੱਚ ਜਾਣਕਾਰੀ ਹੈ ਉਹ ਉਹਨੂੰ ਡਿਲੀਟ ਕਰ ਰਿਹਾ, ਉਸ ਨੂੰ ਉਹ ਬਲੌਕ ਕਰ ਰਿਹਾ ਕਿ ਇਹ ਜਾਣਕਾਰੀ ਨਹੀਂ ਚਾਹੀਦੀ ਮੈਨੂੰ। ਸਿਸਟਮ ਨੇ ਤੁਹਾਡੇ ਦਿਮਾਗ ਇਹੋ ਜਿਹੇ ਬਣਾ ਦਿੱਤੇ ਨੇ ਕਿ ਤੁਸੀਂ ਬਿਲਕੁਲ ਸਹਿਣਸ਼ੀਲ ਨਹੀਂ ਰਹੇ ਤੇ ਜਿਹੜੀ ਦੂਸਰੀ ਜਾਣਕਾਰੀ ਆ ਉਸ ਨੂੰ ਤੁਸੀਂ ਦਰਵਾਜ਼ਾ ਬਿਲਕੁਲ ਬੰਦ ਕਰਤਾ ਕਿ ਇਹ ਮੈਨੂੰ ਨਹੀਂ ਚਾਹੀਦੀ। ਸੋ ਇੱਕ ਪਾਸੜ ਜਾਣਕਾਰੀ ਤੁਹਾਨੂੰ ਤੁਹਾਡੇ ਜਿਹੜਾ ਦਿਮਾਗ ਚਾਹੁੰਦਾ, ਜਿਹੜਾ ਦਿਮਾਗ ਸਕੂਨ ਮਹਿਸੂਸ ਕਰਦਾ ਉਹ ਜਾਣਕਾਰੀ ਨੂੰ ਹਾਸਲ ਕਰਕੇ, ਸਿਰਫ ਤੁਸੀਂ ਉਹ ਜਾਣਕਾਰੀ ਆਉਣ ਦੇਣੀ ਚਾਹੁੰਦੇ ਹੋ, ਸਿਰਫ ਤੁਸੀਂ ਉਹਦਾ ਦਰਵਾਜ਼ਾ ਖੋਲਿਆ, ਦੂਜੇ ਦਰਵਾਜ਼ੇ ਨੇ ਜਿਹੜੇ ਤੁਸੀਂ ਸਾਰੇ ਬੰਦ ਕਰ ਦਿੱਤੇ। ਸੋ ਇਹਦੇ ਨਾਲ ਕੀ ਨੁਕਸਾਨ ਹੁੰਦੇ ਨੇ, ਇਹਦੇ ਨਾਲ ਇਹ ਜਰਾ ਧਿਆਨ ਨਾਲ ਸੋਚਿਓ ਕੀ ਨੁਕਸਾਨ ਹੁੰਦੇ ਨੇ ਇਹਦੇ ਨਾਲ। ਸੋ ਇਹ ਆਪਸ ਦੇ ਵਿੱਚ ਜਿਹੜਾ ਹੈ ਵਿਰੋਧਾਭਾਸ ਹੈ, ਕੰਟਰਾਡਿਕਟਰੀ ਹੋ ਗਿਆ। ਦੂਜੇ ਗਰੁੱਪ ਵਾਲੇ ਉਹ ਜਿਹੜੀ ਉਹਨਾਂ ਨੂੰ ਜਾਣਕਾਰੀ ਸਕੂਨ ਦਿੰਦੀ ਹੈ, ਸਿਰਫ ਉਹ ਹਾਸਲ ਕਰ ਰਹੇ ਨੇ, ਤੁਸੀਂ ਉਹ ਜਾਣਕਾਰੀ ਹਾਸਲ ਕਰ ਰਹੇ ਹੋ ਜਿਹੜੀ ਤੁਹਾਨੂੰ ਸਕੂਨ ਦਿੰਦੀ ਹੈ। ਪਰ ਇੱਕ ਇਹੋ ਜਿਹੀ ਧਿਰ ਹੈ ਜਿਹੜੀ ਦੋਵਾਂ ਜਾਣਕਾਰੀਆਂ ਦਾ ਅਧਿਐਨ ਕਰ ਰਹੀ ਹੈ, ਉਹ ਦੋਵੇਂ ਜਾਣਕਾਰੀਆਂ ਹਾਸਲ ਕਰ ਰਹੇ ਨੇ, ਤੁਹਾਡੀ ਵੀ ਤੇ ਤੁਹਾਡੇ ਵਿਰੋਧੀ ਦੀ ਵੀ। ਉਹਨਾਂ ਨੂੰ ਚੰਗੀ ਤਰ੍ਹਾਂ ਅਧਿਐਨ ਕਰ ਰਹੇ ਨੇ ਤੇ ਉਹਨਾਂ ਦਾ ਅਸਰ ਮਾਪ ਰਹੇ ਨੇ ਕਿ ਇਹ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਕੀ ਭੁਚਾਲ ਆਉਂਦੇ ਨੇ ਬੰਦੇ ਦੇ ਦਿਮਾਗ ਦੇ ਵਿੱਚ। ਉਹਨਾਂ ਨੂੰ ਬਹੁਤ ਤਰਤੀਬ ਦੇ ਨਾਲ ਉਹ ਵੇਰਵੇ ਸਹਿਤ ਜਿਹੜਾ ਹੈ ਉਹ ਸੂਚੀਬੱਧ ਕਰਦੇ ਨੇ ਤੇ ਉਹਨਾਂ ਦੇ ਵਿੱਚ ਨੰਬਰ 1, ਨੰਬਰ 2, ਨੰਬਰ 3 ਜਿਹੜੇ ਇੰਪੋਰਟੈਂਟ ਵਿਸ਼ੇ ਨੇ ਉਹਨਾਂ ਨੂੰ ਰੱਖਿਆ ਜਾਂਦਾ, ਫਿਰ ਅੱਗੇ ਉਹ ਸੂਚੀ ਉਸੇ ਤਰ੍ਹਾਂ ਬਣਾਉਂਦੇ ਜਾਂਦੇ ਨੇ। ਹੁਣ ਉਹਨਾਂ ਦੇ ਵਿੱਚ ਕੁਝ ਜਾਣਕਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਦਾ ਕੋਈ ਅਸਰ ਨਹੀਂ ਹੁੰਦਾ, ਪਰ ਉਹ ਜਾਣਕਾਰੀਆਂ ਮਹੱਤਵਪੂਰਨ ਹੁੰਦੀਆਂ ਨੇ। ਕਈ ਵਾਰੀ ਆਮ ਬੰਦਾ ਵੀ ਕਾਫੀ ਮਹੱਤਵਪੂਰਨ ਅਹਿਮ ਗੱਲ ਕਰ ਜਾਂਦਾ ਜਿਹੜੇ ਕੋਈ ਵਿਦਵਾਨ ਨਹੀਂ ਕਰ ਸਕਦੇ। ਉਹ ਜਾਣਕਾਰੀ ਜਦੋਂ ਤੁਹਾਡੇ ਦੁਸ਼ਮਣ ਕੋਲ ਜਿਹੜਾ ਇਹਨਾਂ ਸਾਰੇ ਡੇਟਾਸ ਦਾ ਅਧਿਐਨ ਕਰ ਰਿਹਾ ਉਹਦੇ ਕੋਲ ਪਹੁੰਚਦੀ ਹੈ
ਤਾਂ ਉਹਨੂੰ ਸੂਚੀਬੱਧ ਕਰਕੇ ਉੱਥੇ ਹੀ ਰੱਖ ਲੈਂਦਾ, ਤਾਂ ਕਿ ਉਹਨੂੰ ਉਸ ਦੇ ਵਿੱਚ ਹੋਰ ਜਿਹੜਾ ਬਾਰੂਦ ਆ ਭਰਿਆ ਜਾਵੇ ਤੇ ਸਮਾਂ ਆਉਣ ਦੇ ਉੱਤੇ ਉਸ ਨੂੰ ਇੱਕ ਮਿਜ਼ਾਈਲ ਬਣਾ ਕੇ ਤੁਹਾਡੇ ਦਰਮਿਆਨ ਹੀ ਛੱਡਿਆ ਜਾਵੇ। ਤੇ ਸਮਾਂ ਆਉਂਦਾ ਤੇ ਉਹ ਮੁੱਦਾ ਚੁੱਕ ਕੇ ਉਹ ਤੁਹਾਡੇ ਦਰਮਿਆਨ ਛੱਡ ਦਿੰਦੇ ਨੇ ਤੇ ਤੁਸੀਂ ਫੇਰ ਜਿਹੜਾ ਹੈ ਉਹ ਉਸ ਤਰੀਕੇ ਨਾਲ ਲੱਗ ਜਾਂਦੇ ਹੋ। ਕੁਝ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਜਾਣਕਾਰੀ ਅਸੀਂ ਲੈਣਾ ਚਾਹੁੰਦੇ ਹਾਂ, ਲਗਾਤਾਰ ਜਾਣਕਾਰੀ ਲੈਣਾ ਚਾਹੁੰਦੇ ਹਾਂ। ਮਸਲਨ ਆਮ ਬੰਦਾ ਕੋਈ ਗੱਲ ਕਰਦਾ ਨਾ, ਅਸੀਂ ਕਈ ਵਾਰੀ ਨਕਾਰ ਦਿੰਦੇ ਹਾਂ, ਫਿਰ ਉਹ ਆਮ ਬੰਦਿਆਂ ਦੇ ਮੋਹਰੀ ਬੰਦੇ ਗੱਲ ਕਰਨ ਲੱਗਦੇ ਨੇ, ਕੋਈ ਸੰਨਿਆਸੀ ਗੱਲ ਕਰਨ ਲੱਗਦੇ ਨੇ, ਕੋਈ ਜਥੇਦਾਰ ਗੱਲ ਕਰਨ ਲੱਗਦੇ ਨੇ। ਅਸੀਂ ਕਹਿੰਦੇ ਕਿ ਯਾਰ ਇਹ ਕੌਮ ਦੇ ਜਥੇਦਾਰ ਨੇ ਜਾਂ ਇਹ ਸਾਡੇ ਮੋਹਰੀ ਬੰਦੇ ਨੇ, ਜਾਂ ਉਹ ਕਹਿੰਦੇ ਹੋਣਗੇ ਕਿ ਇਹ ਸਾਡੇ ਸੰਨਿਆਸੀ ਲੋਕ ਨੇ, ਰਿਸ਼ੀ ਮੁਨੀ ਲੋਕ ਨੇ, ਇਹ ਗੱਲ ਕਰ ਰਹੇ ਨੇ, ਇਹਨਾਂ ਨੂੰ ਸੁਣੋ। ਸੋ ਜਦੋਂ ਇਹ ਗੱਲਾਂ ਤੋਂ ਤੁਸੀਂ ਬੋਰ ਹੋ ਗਏ, ਅੱਕ ਗਏ, ਤਾਂ ਇੱਕ ਦੇਸ਼ ਦਾ ਜਿਹੜਾ ਇਹ ਦਾਅਵਾ ਕਰਦਾ ਪ੍ਰਧਾਨ ਮੰਤਰੀ ਕਿ ਮੈਂ ਚੁਣਿਆ ਹੋਇਆ ਪ੍ਰਧਾਨ ਮੰਤਰੀ ਹਾਂ, 140 ਕਰੋੜ ਲੋਕਾਂ ਦਾ ਮੈਂ ਪ੍ਰਧਾਨ ਮੰਤਰੀ ਹਾਂ, ਜਦੋਂ ਉਹ ਵਿਅਕਤੀ ਵਿਸ਼ੇਸ਼ ਕੋਈ ਇਹੋ ਜਿਹੀ ਗੱਲ ਕਰਦਾ ਤਾਂ ਨਿਰਸੰਦੇਹ ਉਹ ਗੱਲ ਜਿਹੜੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਘਰ ਦੇ ਹਰ ਮੈਂਬਰ ਤੱਕ ਪਹੁੰਚ ਜਾਂਦੀ ਹੈ। ਦੇਖੋ ਤੁਸੀਂ ਹੁਣ ਵਾਇਰਲ ਹੋ ਰਹੀ ਹੈ ਜਿਹੜੀ ਚੀਜ਼, ਹੁਣ ਆਮ ਵਿਅਕਤੀ ਦੀ ਜਿਹੜੀ ਕਹੀ ਹੋਈ ਗੱਲ ਵਾਇਰਲ ਹੋਣੀ ਬੰਦ ਹੋ ਗਈ ਹੈ। ਹੁਣ ਖਾਸ ਲੋਕਾਂ ਦੀ ਗੱਲ ਵਾਇਰਲ ਹੁੰਦੀ ਹੈ ਤੇ ਉੱਥੇ ਹੁਣ ਪ੍ਰਧਾਨ ਮੰਤਰੀ ਦੀ ਗੱਲ ਵਾਇਰਲ ਹੋ ਰਹੀ ਹੈ, ਹੋਣੀ ਹੈ ਕਿਉਂਕਿ ਪ੍ਰਧਾਨ ਮੰਤਰੀ ਆ ਉਹ। ਸਾਰੀ ਮਸ਼ੀਨਰੀ ਉਹਦੇ ਹੱਥ ਦੇ ਵਿੱਚ ਹੈ, ਸਾਰੀ ਮਸ਼ੀਨਰੀ ਜਿਹੜੀ ਸਰਕਾਰੀ ਹੈ ਉਸ ਨੂੰ ਪ੍ਰਮੋਟ ਕਰਨ ਦੇ ਲਈ, ਉਸ ਨੂੰ ਪ੍ਰੋਜੈਕਟ ਕਰਨ ਦੇ ਲਈ ਲੱਗੀ ਹੋਈ ਹੈ। ਤੇ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਰਾਮ ਰੌਲਾ ਹੀ ਹੈ ਨਾ ਇਹ, ਤੇ ਹੈ ਤਾਂ ਇਹ 100 ਸਾਲ ਪਹਿਲਾਂ ਵੀ ਪੈਦਾ ਸੀ। ਇਹ ਸਵਾਲ ਜਿਹੜੇ ਅਸੀਂ ਅੱਜ ਚੁੱਕਦੇ ਹਾਂ ਉਹ 100 ਸਾਲ ਪਹਿਲਾਂ ਵੀ ਸੀ, 200 ਸਾਲ ਪਹਿਲਾਂ ਵੀ ਸੀ ਤੇ 500 ਸਾਲ ਪਹਿਲਾਂ ਵੀ ਸਨ। ਇਹ ਲਗਾਤਾਰ ਕੁਝ ਗੈਪ ਪਾ ਕੇ ਜਦੋਂ ਲੋਕਾਂ ਦੇ ਚੇਤਿਆਂ ਦੇ ਵਿੱਚੋਂ ਵਿਸਰ ਜਾਂਦੇ ਨੇ ਤਾਂ ਉਹਨਾਂ ਨੂੰ ਦੁਬਾਰਾ ਐਕਟਿਵ ਕੀਤਾ ਜਾਂਦਾ, ਤਾਂ ਕਿ ਇਹ ਉਹ ਸਾਬਤ ਕਰਨ ਦੇ ਲਈ ਕਿ ਇਹ ਵਿਸ਼ਾ ਜਿਹੜਾ ਹੈ ਜ਼ਿਆਦਾ ਵੱਡਾ, ਇਹ ਵਿਕਾਸ ਦੇ ਨਾਲੋਂ, ਤੁਹਾਡੀ ਸਿਹਤ ਦੇ ਨਾਲੋਂ, ਤੁਹਾਡੀ ਜੇਬ ਦੇ ਨਾਲੋਂ ਤੇ ਤੁਹਾਡੇ ਘਰ ਦੇ ਚੁੱਲ੍ਹੇ ਨਾਲੋਂ ਇਹ ਵਿਸ਼ਾ ਜ਼ਿਆਦਾ ਇੰਪੋਰਟੈਂਟ ਹੈ। ਇਸ ਦੇ ਉੱਤੇ ਗੱਲ ਕਰੋ। ਤੁਹਾਡੀ ਆਜ਼ਾਦੀ ਨਾਲੋਂ ਇਹ ਵਿਸ਼ਾ ਜ਼ਿਆਦਾ ਇੰਪੋਰਟੈਂਟ ਹੈ, ਇਹਦੇ ਉੱਤੇ ਗੱਲਬਾਤ ਕਰੋ। ਇਹ ਸਿਸਟਮ ਤੁਹਾਨੂੰ ਪ੍ਰਾਪੇਗੰਡੇ ਦੇ ਜ਼ਰੀਏ ਸੋਚਣ ਲਈ ਮਜਬੂਰ ਕਰਦਾ ਕਿ ਤੁਸੀਂ ਆਪ ਅੱਖਾਂ ਤੇ ਪਾ ਲਓ ਤੇ ਤੁਸੀਂ ਇੱਧਰ ਉੱਧਰ ਨਹੀਂ ਦੇਖਣਾ ਹੈਗਾ, ਤੁਸੀਂ ਸਿੱਧਾ ਬਸ ਦੌੜੀ ਜਾਓ ਤੇ ਤੁਸੀਂ ਇਸ ਕਰਕੇ ਸਿੱਧਾ ਦੌੜੀ ਜਾਂਦੇ ਹੋ ਕਿ ਕਿਤੇ ਨਾ ਕਿਤੇ ਸਾਨੂੰ ਮੰਜ਼ਿਲ ਮਿਲੇਗੀ। ਫਿਰ ਵੀ ਮੰਜ਼ਿਲ ਜਿਹੜੀ ਹੈ ਉਹ ਤੁਹਾਡੇ ਜ਼ਿਹਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਵਧੀਆ ਹੁਸੀਨ ਸੁਪਨਾ ਬੁਣਨ ਦੇ ਵਿੱਚ ਉਹ ਕਾਮਯਾਬ ਹੁੰਦੀ ਹੈ। ਸੋ ਇਹਦੇ 'ਚ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜਰਨੈਲ ਸਿੰਘ ਨੇ ਇੱਕ ਬਿਆਨ ਦਿੱਤਾ, ਜਰਨੈਲ ਸਿੰਘ ਨੇ ਸਟੇਟਮੈਂਟ ਦਿੱਤੀ। ਜਰਨੈਲ ਸਿੰਘ ਦੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸੀ, ਹੁਣ ਉਹਦੇ ਤੇ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ। ਅਸੀਂ ਲਗਾਤਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਜਰਨੈਲ ਸਿੰਘ ਕੀ ਕਹੂ। ਹੁਣ ਇਸ ਤੋਂ ਬਾਅਦ ਜਰਨੈਲ ਸਿੰਘ ਨੇ ਕੀ ਕਿਹਾ, ਉਸ ਨੂੰ ਪਾਰਟੀ ਚੋਂ ਕੱਢਤਾ, ਕੇਜਰੀਵਾਲ ਨੇ ਪਾਰਟੀ ਚੋਂ ਕੱਢਤਾ। ਕੇਜਰੀਵਾਲ ਘਟੀਆ ਬੰਦਾ, ਕੇਜਰੀਵਾਲ ਏਦਾਂ, ਮਤਲਬ ਉਸ ਚਰਚਾ ਦੇ ਵਿੱਚ ਲੱਗੇ ਹੋਏ ਆ। ਸਾਨੂੰ ਪਤਾ, ਗੱਲ ਸਪਸ਼ਟ ਹੈ, ਅਸੀਂ ਕੇਜਰੀਵਾਲ ਬਾਰੇ ਕਾਫੀ ਕੁਝ ਕਹਿ ਚੁੱਕੇ ਹਾਂ ਆਪਣੇ ਪ੍ਰੋਗਰਾਮਸ ਦੇ ਵਿੱਚ ਕਿ ਉਹ ਕੀ ਚੀਜ਼ ਹੈ ਤੇ ਕਿਹਨਾਂ ਤਾਕਤਾਂ ਦਾ ਪ੍ਰੋਜੈਕਟ ਕੀਤਾ ਹੋਇਆ, ਕਿਹਨਾਂ ਲੋਕਾਂ ਨੇ ਉਸ ਨੂੰ ਸ਼ਾਬਾਸ਼ ਦੇ ਕੇ ਪੰਜਾਬ ਭੇਜਿਆ ਸੀ, ਕਿਹਨਾਂ ਲੋਕਾਂ ਦਾ ਉਹ ਜਿਹੜਾ ਹੈ ਮੋਹਰਾ ਹੈ, ਉਹ ਅਸੀਂ ਇਹ ਗੱਲ ਕਰ ਚੁੱਕੇ ਹਾਂ। ਜਰਨੈਲ ਸਿੰਘ ਵੱਲ ਸਾਡੀਆਂ ਨਜ਼ਰਾਂ ਲੱਗਣੀਆਂ ਜਾਂ ਜਰਨੈਲ ਸਿੰਘ ਦੀ ਲੜਾਈ ਹੈ ਜਾਂ ਜਰਨੈਲ ਸਿੰਘ ਨੂੰ ਇਸ ਤਰੀਕੇ ਨਾਲ ਹੁਣ ਤਿਆਰ ਕਰਨ ਦਾ ਜਿਹੜਾ ਇੱਕ ਸੋਚਿਆ ਜਾ ਰਿਹਾ ਕਿ ਉਸ ਨੂੰ ਹੁਣ ਪੰਜਾਬ ਭੇਜਿਆ ਜਾਵੇ, ਇਹ ਗੱਲਾਂ ਨੂੰ ਸਮਝਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਪ੍ਰਾਪੇਗੰਡੇ ਦੇ ਨੇਮ ਨੇ ਉਹਨਾਂ ਨੂੰ ਸਮਝਣਾ ਜ਼ਰੂਰੀ ਹੈ, ਉਹ ਸਮਝਣੇ ਚਾਹੀਦੇ ਨੇ, ਸਾਡੇ ਲਈ ਜ਼ਰੂਰੀ ਨੇ। ਉਹ ਪ੍ਰਾਪੇਗੰਡੇ ਦੇ ਲਈ ਇੱਕ ਸਾਧਨ ਹੈ ਕਿਤਾਬਾਂ ਦਾ। ਕਿਤਾਬਾਂ ਜਿਹੜੀਆਂ ਸਿੱਖ ਵਿਰੋਧੀ ਗੱਲਾਂ ਵਾਲੀਆਂ ਕਿਤਾਬਾਂ ਨੇ, ਵੈਸੇ ਤਾਂ ਪੂਰਾ ਤੰਤਰ ਹੈ ਜਿਹੜਾ ਉਹ ਸਿੱਖ ਵਿਰੋਧੀ ਹੈ, ਪੰਜਾਬ ਦੇ ਵਿਰੋਧੀ ਹੈ। ਉਹ ਹਰ ਰੋਜ਼ ਔਸਤਨ ਮਤਲਬ ਸੈਂਕੜੇ ਕਿਤਾਬਾਂ ਛਾਪਦੀਆਂ ਨੇ, ਪਰ ਉਹਨਾਂ ਦਾ ਜੇ ਅਸੀਂ ਅਧਿਐਨ ਕਰੀਏ ਜਾਂ ਉਹਨਾਂ ਦੇ ਜਿਹੜੇ ਵੇਰਵੇ ਸਾਨੂੰ ਜਿੱਥੋਂ ਤੱਕ ਮਿਲਦੇ ਨੇ ਅਸੀਂ ਅਧਿਐਨ ਕਰਦੇ ਹਾਂ, ਤਾਂ ਹਰ ਰੋਜ਼ ਜਿਹੜੀਆਂ 8 ਕਿਤਾਬਾਂ ਨੇ ਇਹੋ ਜਿਹੀਆਂ ਛਪਦੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਮੂਲ ਰੂਪ ਤਾਂ ਭਾਵੇਂ ਦੇਖਣ ਦੇ ਵਿੱਚ ਕੁਝ ਹੋਰ ਹੁੰਦਾ,
ਪਰ ਉਹਦੀ ਜਿਹੜੀ ਰੂਹ ਹੁੰਦੀ ਹੈ ਉਹ ਸਿੱਖ ਵਿਰੋਧੀ ਹੁੰਦੀ ਹੈ। ਉਹਦੇ 'ਚ ਇੱਕ ਜਾਂ ਦੋ ਪੈਰਿਆਂ ਦੇ ਵਿੱਚ ਸਿੱਖ ਵਿਰੋਧੀ ਗੱਲਾਂ ਲਿਖ ਕੇ ਉਸ ਨੂੰ ਕਿਤਾਬ ਨੂੰ ਜਿਹੜਾ ਹੈ ਛਪਣ ਦੇ ਲਈ ਭੇਜ ਦਿੱਤਾ ਜਾਂਦਾ, ਤੇ 8 ਕਿਤਾਬਾਂ ਰੋਜ਼ ਇਹੋ ਜਿਹੀਆਂ ਛਪਦੀਆਂ ਨੇ। ਵੈਸੇ ਤਾਂ ਸੈਂਕੜੇ ਦੀ ਗਿਣਤੀ 'ਚ ਛਪਦੀਆਂ ਨੇ ਭਾਰਤ 'ਚ, ਮੈਂ ਭਾਰਤ ਦੀਆਂ ਛਪਣ ਵਾਲੀਆਂ 8 ਕਿਤਾਬਾਂ ਦੀ ਗੱਲ ਕਰਦਾ। 8 ਕਿਤਾਬਾਂ ਰੋਜ਼, ਜਿਹੜੀਆਂ ਬੁੱਕ ਸ਼ੈਲਫਾਂ ਦੀ ਲਾਇਬ੍ਰੇਰੀਆਂ ਦਾ ਜਿਹੜਾ ਹਿੱਸਾ ਬਣ ਜਾਂਦੀਆਂ ਨੇ, ਤੇ ਉਹ ਮਹੀਨੇ 'ਚ 240 ਕਿਤਾਬਾਂ ਛਪਦੀਆਂ ਨੇ, ਤੇ ਸਾਲ ਦੇ ਵਿੱਚ 3000 ਕਿਤਾਬਾਂ ਛਪਦੀਆਂ ਨੇ। ਇਹ ਜਿਹੜੀਆਂ ਸਿੱਖ ਵਿਰੋਧੀ ਹੁੰਦੀਆਂ ਨੇ, ਇਹ ਲਗਾਤਾਰ ਛਪ ਰਹੀਆਂ ਨੇ, ਛਪਦੀਆਂ ਆ ਰਹੀਆਂ ਨੇ ਦੂਰੇ, ਤੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੱਲ, ਕੋਈ ਨਾ ਕੋਈ ਨੁਕਤਾ, ਕੋਈ ਨਾ ਕੋਈ ਘਟਨਾ ਸਿੱਖ ਗੁਰੂ ਸਾਹਿਬਾਨ ਦੇ ਲਈ, ਸਿੱਖਾਂ ਦੇ ਬਾਰੇ, ਪੰਜਾਬ ਦੇ ਬਾਰੇ, ਪੰਜਾਬ ਦੀ ਆਜ਼ਾਦੀ ਬਾਰੇ, ਸਿੱਖ ਇਤਿਹਾਸ ਬਾਰੇ, ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਇਤਿਹਾਸਕ ਉਹਨਾਂ ਬਾਰੇ, ਸਿੱਖ ਜਿਹੜੇ ਨਾਇਕ ਨੇ ਉਹਨਾਂ ਬਾਰੇ, ਸਿੱਖਾਂ ਦੇ ਲੀਡਰਾਂ ਬਾਰੇ, ਉਹ ਕੁਝ ਗੱਲਾਂ ਨੇ ਜਿਹੜੀਆਂ, ਤੇ ਸਿੱਖ ਸੰਘਰਸ਼ ਬਾਰੇ ਉਹਦੇ 'ਚ ਦਰਜ ਹੁੰਦੀਆਂ ਨੇ, ਨਕਾਰਾਤਮਕ ਤੌਰ ਦੇ ਉੱਤੇ ਦਰਜ ਹੁੰਦੀਆਂ ਨੇ। ਤੇ ਸਮਾਂ ਆਉਣ ਤੇ ਜਦੋਂ ਉਹ ਗੱਲਾਂ, ਸਮਾਂ ਆਉਣ ਤੇ ਉਹਨਾਂ ਗੱਲਾਂ ਨੂੰ ਵਰਤਿਆ ਜਾਏਗਾ। ਜਦੋਂ ਕਹਿਣਗੇ ਕਿ 100 ਸਾਲ ਪਹਿਲਾਂ ਇਹ ਕਿਤਾਬ ਛਪੀ ਸੀ ਜੀ, ਇਹ ਕਿਤਾਬ ਦੇ ਵਿੱਚ ਤਾਂ ਆਹ ਦਰਜ ਹੈ, ਉਹਦੇ 'ਚ ਤਾਂ ਸਿੱਖਸ ਫਾਰ ਜਸਟਿਸ ਦੀ ਜਿਹੜੀ ਲਹਿਰ ਹੈ ਉਹਨੂੰ ਅੱਤਵਾਦੀ ਲਹਿਰ ਦੱਸਿਆ ਗਿਆ ਜੀ, ਉਹ ਤਾਂ ਅੱਤਵਾਦੀ ਸਨ। ਸੋ ਇਹ ਗੱਲਾਂ ਸਮਾਂ ਆਉਣ ਤੇ ਕਿਵੇਂ ਵਾਇਰਲ ਕਰਨੀਆਂ, ਕਿਵੇਂ ਇਹਨਾਂ ਦੇ ਵਿਚਾਰ ਚਰਚਾ ਕਰਨੀਆਂ, ਇਹ ਪ੍ਰੋਪੇਗੰਡੇ ਦਾ ਹਿੱਸਾ, ਮਹੀਨ ਕਿਸਮ ਦਾ, ਬਹੁਤ ਸੂਖਮ ਕਿਸਮ ਦਾ ਇਹ ਜਿਹੜਾ ਪ੍ਰਚਲਨ ਹੈ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਵਿੱਚ, ਜਿੱਥੇ ਕਿਤੇ ਵੀ ਇਹ ਸਾਰਾ ਕੁਝ ਹੋ ਰਿਹਾ, ਤਾਂ ਇਸ ਨੂੰ ਬਹੁਤ ਧਿਆਨ ਦੇ ਨਾਲ, ਡੂੰਘੀ ਨੀਝ ਲਾ ਕੇ ਵਿਚਾਰਨ ਦਾ, ਤੇ ਇਸ ਦੇ ਉੱਤੇ ਜਿਹੜੀ ਆਪਸ ਦੇ ਵਿੱਚ ਚਰਚਾ ਕਰਨ ਦਾ ਜਿਹੜਾ ਸਬੱਬ ਬਣਨਾ ਚਾਹੀਦਾ, ਤੇ ਸਾਨੂੰ ਅਜਿਹਾ ਕਰਨਾ ਚਾਹੀਦਾ, ਮੌਕਾ ਨਹੀਂ ਖੰਝਾਉਣਾ ਚਾਹੀਦਾ ਸਾਨੂੰ ਇਸ ਗੱਲ ਤੋਂ। ਤੇ ਇਹ ਕਿਤਾਬਾਂ ਜਿਹੜੀਆਂ ਹੈ ਨੇ ਲਗਾਤਾਰ ਛਪ ਰਹੀਆਂ ਨੇ, ਤੇ ਇਹਦੇ 'ਚ ਸਾਡਾ ਧਿਆਨ ਨਹੀਂ ਜਾਂਦਾ, ਸਾਡਾ ਧਿਆਨ ਜਾ ਵੀ ਨਹੀਂ ਸਕਦਾ, ਕਿਉਂਕਿ ਇਹ ਗੱਲ ਪੰਜਾਬ ਦੇ ਬਹੁਤੇ ਲੋਕ ਹਾਲੇ ਮੰਨਣ ਲਈ ਤਿਆਰ ਨਹੀਂ ਕਿ ਉਹ ਗੁਲਾਮ ਨੇ, ਭਾਵੇਂ ਉੱਥੇ ਹਿੰਦੂ ਆ, ਭਾਵੇਂ ਸਿੱਖ ਆ, ਭਾਵੇਂ ਮੁਸਲਮਾਨ ਆ, ਉਹ ਤਿਆਰ ਨਹੀਂ ਇਸ ਗੱਲ ਨੂੰ ਮੰਨਣ ਲਈ ਕਿ ਉਹ ਗੁਲਾਮ ਨੇ। ਜਦੋਂ ਗੁਲਾਮ ਕੌਮਾਂ ਦਾ ਹਸ਼ਰ ਹੈ ਜਿਹੜਾ ਅਸੀਂ ਇਤਿਹਾਸ ਦੇ ਵਰਕਿਆਂ ਦੇ ਵਿੱਚ ਪੜ੍ਹ ਸਕਦੇ ਹਾਂ, ਤਾਂ ਇਹ ਗੱਲ ਸੰਭਾਵਿਤ ਤੌਰ ਦੇ ਉੱਤੇ ਕਹੀ ਜਾ ਸਕਦੀ ਹੈ ਕਿ ਜਿਹੜਾ ਇਤਿਹਾਸ ਹੁਣ ਲਿਖਿਆ ਜਾ ਰਿਹਾ, ਜਿਹੜੀਆਂ ਕਿਤਾਬਾਂ ਹੁਣ ਲਿਖੀਆਂ ਜਾ ਰਹੀਆਂ ਨੇ, ਕਿਉਂਕਿ ਇਤਿਹਾਸ ਜਿੱਤੇ ਹੋਏ ਲੋਕ ਲਿਖਦੇ ਨੇ, ਇਤਿਹਾਸ ਜਿਹੜਾ ਹੈ ਉਹ ਹੁਕਮਰਾਨ ਲਿਖਦੇ ਨੇ, ਉਹ ਆਪਣੇ ਢੰਗ ਦੇ ਨਾਲ ਲਿਖਾ ਰਹੇ ਨੇ, ਤੇ ਇਹ ਗੁਲਾਮ ਕੌਮਾਂ ਦਾ ਹਸ਼ਰ ਇਹੀ ਹੁੰਦਾ ਕਿ ਉਹ ਆਪ ਆਪਣੇ ਹੱਥਾਂ ਨਾਲ ਇਤਿਹਾਸ ਨਹੀਂ ਲਿਖ ਸਕਦੇ, ਇਤਿਹਾਸ ਦਾ ਹਿੱਸਾ ਜ਼ਰੂਰ ਬਣਦੇ ਨੇ, ਇੱਕ ਹਾਰੀ ਹੋਈ ਮਾਨਸਿਕਤਾ ਦਾ ਜਿਹੜਾ ਹੈ ਉਹ ਦਰਸ਼ਨ ਕਰਾਉਂਦੇ ਨੇ ਦੂਜਿਆਂ ਨੂੰ। ਪਰ ਮੈਂ ਆਪਣੇ ਸਿੱਖ ਭਰਾਵਾਂ ਨੂੰ ਜਾਂ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਨੂੰ ਮੈਂ ਅਰਦਾਸ ਕਰਦਾ ਕਿ ਉਹ ਅਜਿਹਾ ਕੋਈ ਜਿਹੜਾ ਹਸ਼ਰ ਹੈ ਉਸ ਦੀ ਕਲਪਨਾ ਕਰਨ ਤੋਂ ਪਹਿਲਾਂ ਇਸ ਗੱਲ ਵੱਲ ਧਿਆਨ ਦੇਣਗੇ ਕਿ ਸਾਨੂੰ ਹੁਣ ਕੀ ਕਰਨਾ ਚਾਹੀਦਾ, ਕਿ ਇਹ ਪ੍ਰੋਪੇਗੈਂਡਾ ਜਿਹੜਾ ਇਤਿਹਾਸਕ ਕਿਤਾਬਾਂ ਦੇ ਜ਼ਰੀਏ ਹੈ, ਸੋਸ਼ਲ ਮੀਡੀਆ ਦੇ ਜ਼ਰੀਏ ਹੈ, ਜਾਂ ਸਾਡੀ ਚੁੰਝ ਚਰਚਾ ਦੇ ਜ਼ਰੀਏ ਹੈ, ਇਸ ਪ੍ਰੋਪੇਗੈਂਡਾ ਦਾ ਜਵਾਬ ਉਹਨਾਂ ਨੇ ਕਿਵੇਂ ਦੇਣਾ। ਉਹਨਾਂ ਨੇ ਕੋਈ ਵੀ ਖਬਰ ਜਿਹੜੀ ਉਹਨਾਂ ਤੱਕ ਆ ਰਹੀ ਹੈ, ਕੋਈ ਵੀ ਗੱਲ ਜਿਹੜੀ ਉਹਨਾਂ ਤੱਕ ਆ ਰਹੀ ਆ, ਉਹਦਾ ਜਵਾਬ ਕਿਵੇਂ ਦੇਣਾ, ਇਹ ਹੁਣ ਤੁਹਾਡੇ ਸਿਰ ਤੇ ਹੈ, ਪੰਜਾਬੀਆਂ ਦੇ ਸਿਰ ਦੇ ਉੱਤੇ ਹੈ, ਸਿੱਖਾਂ ਦੇ ਸਿਰ ਦੇ ਉੱਤੇ ਹੈ ਕਿ ਉਹਨਾਂ ਨੇ ਕਿਵੇਂ ਸੋਚਣਾ, ਕਿਵੇਂ। ਤਾਮਿਲਾਂ ਦਾ ਸੰਘਰਸ਼ ਅਸੀਂ ਦੇਖਦੇ ਹਾਂ, ਤਾਮਿਲਾਂ ਦਾ ਸੰਘਰਸ਼ ਸ਼੍ਰੀਲੰਕਾ ਦੇ ਵਿੱਚ ਤੇ ਦੱਖਣ ਭਾਰਤ ਦੇ ਵਿੱਚ ਸਮੇਂ-ਸਮੇਂ ਤੇ ਕਿਤੇ ਨਾ ਕਿਤੇ ਦੱਖਣ ਭਾਰਤ ਦੇ ਵਿੱਚ ਆਜ਼ਾਦੀ ਦੀ ਤੇ ਭਾਰਤ ਨਾਲੋਂ ਵੱਖ ਹੋਣ ਦੀ ਆਵਾਜ਼ ਉੱਠਦੀ ਆਈ ਹੈ। ਹੁਣ ਵੀ ਉਹਨਾਂ ਦਾ ਧੁਰ ਅੰਦਰ ਤੱਕ ਕਿਤੇ ਨਾ ਕਿਤੇ ਅਹਿਸਾਸ ਹੈ ਇਹ ਕਿ ਅਸੀਂ ਦਰਾਵਿੜ ਕੌਮ ਹੈ, ਤੇ ਦਰਾਵਿੜਾਂ ਨੇ ਕਦੇ ਵੀ ਹਿੰਦੂਆਂ ਨਾਲ ਨਹੀਂ ਰਹਿਣਾ, ਤੇ ਅਸੀਂ ਇੱਕ ਵੱਖਰਾ ਝੰਡਾ ਗੱਡਣਾ ਇਸ ਧਰਤੀ ਦੇ ਉੱਤੇ, ਤੇ ਇਹ ਸਾਰੀ ਧਰਤੀ ਸਾਡੀ ਹੈ। ਇਹ ਉਹਨਾਂ ਦੇ ਮਨ ਦੇ ਅੰਦਰ ਅਹਿਸਾਸ ਹੈ, ਪੱਕੇ ਤੌਰ ਦੇ ਉੱਤੇ ਖੁਣਿਆ ਹੋਇਆ। ਸ਼੍ਰੀਲੰਕਾ ਦੇ ਵਿੱਚ ਤਾਮਿਲਾਂ ਦਾ ਸੰਘਰਸ਼ ਜਿਹੜਾ ਹੈ, ਉਸ ਦੇ ਪਤਨ ਤੋਂ ਬਾਅਦ, ਪ੍ਰਭਾਕਰਨ ਦੀ ਮੌਤ ਤੋਂ ਬਾਅਦ, ਉਹਦੇ ਸ਼ਹੀਦ ਹੋਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੱਡੀ ਗਿਣਤੀ 'ਚ ਜਿਹੜੇ ਤਾਮਿਲ ਨੇ ਉਹਨਾਂ ਨੇ ਸੰਘਰਸ਼ ਹੋਰ ਤਰੀਕੇ ਨਾਲ ਸ਼ੁਰੂ ਕਰਤਾ। ਉਹਨਾਂ ਨੇ ਸੰਘਰਸ਼ ਪੜ੍ਹ ਲਿਖ ਕੇ ਅੱਗੇ ਉਹਨਾਂ ਨੇ ਪੜ੍ਹਾਈਆਂ ਸ਼ੁਰੂ ਕੀਤੀਆਂ, ਅੱਗੇ ਸਥਾਪਿਤ ਹੋਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਤੇ ਉਹਨਾਂ ਦੇ 90% ਜਿਹੜੇ ਮੁੰਡੇ ਸਨ ਉਸ ਸੰਘਰਸ਼ ਦੇ ਖਤਮ ਹੋਣ ਤੋਂ ਬਾਅਦ
ਉਹਨਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਦੀ ਪੜ੍ਹਾਈ ਕੀਤੀ ਤੇ ਉਸ ਸਾਇੰਸ ਦੇ ਵਿੱਚ, ਇਨਫੋਰਮੇਸ਼ਨ ਸਾਇੰਸ ਦੇ ਵਿੱਚ ਤੇ ਉਸ ਟੈਕਨੋਲੋਜੀ ਸਾਇੰਸ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਪੜ੍ਹਾਈ ਕੀਤੀ ਤੇ ਅੱਜ ਉਹ ਅਮਰੀਕਾ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਕਮਾਈ ਕਰ ਰਹੇ ਨੇ, ਸਥਾਪਿਤ ਨੇ। ਤੇ ਬੜੇ ਧਿਆਨ ਦੇਣ ਦੀ ਗੱਲ ਹੈ, ਇਹ ਪ੍ਰਾਪੇਗੰਡੇ ਦੇ ਹਿੱਸੇ ਵਜੋਂ ਮੈਂ ਇਹ ਗੱਲ ਦੱਸ ਰਿਹਾ। ਤੇ ਉਹਨਾਂ ਦੇ ਵਿੱਚ ਉਹ ਆਮ ਪੰਜਾਬੀ ਨਾਲੋਂ, ਆਮ ਸਿੱਖ ਨਾਲੋਂ ਜ਼ਿਆਦਾ ਕਮਾਈ ਕਰ ਰਹੇ ਨੇ। ਉਹਨਾਂ ਦੇ ਵਿੱਚ ਜਿਹੜੇ ਖਰਚੇ ਨੇ, ਤੁਸੀਂ ਦੇਖੋ, ਕਿਸੇ ਕੋਲ ਜਿਹੜੀ ਟੌਰੀਫਾਈ ਗੱਡੀ ਨਹੀਂ ਹੋਊਗੀ, ਕਿਸੇ ਕੋਲ ਵੱਡਾ ਘਰ ਨਹੀਂ ਹੋਊਗਾ। ਬਹੁਤੇ ਜਿਹੜੇ 90% ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਕਾਮਯਾਬ ਹੋਏ ਨੇ, ਉਹਨਾਂ ਚੋਂ ਇੱਕ ਵੱਡੀ ਗਿਣਤੀ ਹਿੱਸਾ ਜਿਨ੍ਹਾਂ ਕੋਲ ਹਾਲੇ ਤੱਕ ਅਮਰੀਕਾ 'ਚ ਆਪਣਾ ਘਰ ਨਹੀਂ, ਉਹਨਾਂ ਨੇ ਘਰ ਲਿਆ ਨਹੀਂ ਹੈਗਾ। ਤੇ ਇਹ ਉਹਨਾਂ ਦਾ ਰੰਗ ਢੰਗ ਆ। ਕਿਉਂ ਕਰਦੇ ਨੇ ਇਹ ਉਹਨਾਂ ਦੀ ਰਾਜਨੀਤਿਕ ਚੇਤਨਾ ਦੇ ਜ਼ਰੀਏ ਕੋਈ ਗੱਲ ਉਹਨਾਂ ਦੇ ਵਿੱਚ ਐਕਟਿਵ ਹੋ ਕੇ ਕਾਰਜ ਕਰ ਰਹੀ ਹੈ, ਜਿਸ ਕਾਰਨ ਉਹ ਅਜਿਹਾ ਕਰਦੇ ਨੇ, ਜਿਸ ਕਾਰਨ ਉਹ ਇਸ ਤਰ੍ਹਾਂ ਦਾ ਵਿਹਾਰ ਕਰ ਰਹੇ ਨੇ ਆਪਣੇ ਆਪ ਨਾਲ, ਜਿਸ ਕਾਰਨ ਉਹ ਸੀਮਤ ਰਹਿ ਕੇ ਇੱਕ ਸਾਦਾ ਜੀਵਨ ਬਤੀਤ ਕਰ ਰਹੇ ਨੇ। ਕੀ ਉਹ ਕਿਸੇ ਆਉਣ ਵਾਲੀ ਸੰਭਾਵੀ ਲੜਾਈ ਦੀ ਤਿਆਰੀ ਕਰ ਰਹੇ ਨੇ? ਇਹ ਸੰਭਾਵਨਾ ਵੀ ਹੋ ਸਕਦੀ ਹੈ। ਤੇ ਦੂਜੇ ਪਾਸੇ ਅਸੀਂ ਦੇਖੀਏ, ਜਦੋਂ 90% ਮੁੰਡੇ ਕੁੜੀਆਂ ਨੇ, ਤਾਮਿਲਾਂ ਦੇ ਨੇ, ਇੱਧਰ ਪੜ੍ਹਾਈ ਸ਼ੁਰੂ ਕੀਤੀ, ਤਾਂ ਜਿਸ ਵੇਲੇ ਸਾਡਾ ਸੰਘਰਸ਼ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਸਿੱਖ ਲਹਿਰ ਜਦੋਂ ਹਥਿਆਰਬੰਦ ਤੌਰ ਦੇ ਉੱਤੇ ਖਤਮ ਹੋ ਗਈ ਮੰਨ ਲੈਂਦੇ ਹਾਂ ਅਸੀਂ, ਤਾਂ ਉਸ ਤੋਂ ਬਾਅਦ ਸ਼ਾਬਦਿਕ ਰੂਪ ਦੇ ਵਿੱਚ ਸਿੱਖ ਨੌਜਵਾਨ ਨੇ ਆਪਣੇ ਆਪ ਨੂੰ ਜਿਹੜਾ ਹੈ ਚੇਤਨ ਕਰਨਾ ਸ਼ੁਰੂ ਕੀਤਾ। ਤਾਂ ਕੀ ਚੇਤਨ ਕਰਨਾ ਸ਼ੁਰੂ ਕੀਤਾ? ਸਿਰਫ ਤੇ ਸਿਰਫ ਉਹਦਾ ਟੀਚਾ ਇਹ ਹੋਇਆ ਕਿ ਮੈਂ ਬਾਹਰ ਕਿਸੇ ਮੁਲਕ ਦੇ ਵਿੱਚ ਜਾ ਕੇ ਸਥਾਪਿਤ ਹੋਣਾ। ਜਿਹੜੇ ਸਾਡੇ ਅੱਜ ਵੱਡੀ ਗਿਣਤੀ ਨੌਜਵਾਨ, ਸਾਡੇ ਦਰਸ਼ਕ ਇਸ ਵੇਲੇ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ ਇਹ ਪ੍ਰੋਗਰਾਮ ਟਾਕਿੰਗ ਪੰਜਾਬ, ਉਹ ਉਹਨਾਂ ਦਾ ਹਿੱਸਾ ਨੇ, ਉਹਨਾਂ ਨੌਜਵਾਨਾਂ ਦਾ। ਤਾਂ ਉਹਨਾਂ ਨੇ ਉਹ ਅੱਜ ਸੋਚਣ ਇਸ ਗੱਲ ਨੂੰ ਕਿ ਉਹਨਾਂ ਨੇ ਜਦੋਂ ਤੋਂ ਉਹ ਸਫ਼ਰ ਸ਼ੁਰੂ ਕੀਤਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਬੌਧਿਕ ਤੌਰ ਦੇ ਉੱਤੇ ਕੀ ਕਮਾਈ ਕੀਤੀ, ਕੀ ਇੰਟੈਲੈਕਚੁਅਲ ਪ੍ਰਾਪਰਟੀ ਕੀ ਹੈ ਉਹਨਾਂ ਦੇ ਕੋਲ। ਹਾਂ, ਇਹ ਗੱਲ ਕਹੀ ਜਾ ਸਕਦੀ ਹੈ ਕਿ ਉਹਨਾਂ ਕੋਲ ਉਹ ਪ੍ਰਾਪਰਟੀ ਤਾਂ ਨਹੀਂ ਹੈ, ਕਿਉਂਕਿ ਇਹ ਸਾਬਤ ਹੁੰਦਾ ਸਾਡੇ ਵਿਵਹਾਰ ਤੋਂ ਸਾਬਤ ਹੁੰਦਾ ਕਿ ਸਾਡੇ ਕੋਲ ਉਹ ਪ੍ਰਾਪਰਟੀ ਨਹੀਂ ਹੈ। ਉਦੋਂ ਵੀ ਨੁਕਸਾਨ ਵਾਲੀ ਗੱਲ ਇਹ ਹੈ ਕਿ ਅਸੀਂ ਸਰਕਾਰੀ ਪ੍ਰੋਪੇਗੰਡਾ ਦਾ ਹਿੱਸਾ ਬਣੇ, ਅਸੀਂ ਉਸ ਪ੍ਰੋਪੇਗੰਡਾ ਦਾ ਹਿੱਸਾ ਬਣ ਗਏ। ਐਸੇ ਕਾਰਨ ਬਣੇ ਕਿਉਂਕਿ ਸਾਡੇ ਕੋਲ ਬੌਧਿਕ ਪ੍ਰਾਪਰਟੀ ਹੈ ਨਹੀਂ ਸੀ, ਅਸੀਂ ਉਧਰ ਕਮਾਈ ਕੀਤੀ ਨਹੀਂ ਹੈਗੀ, ਅਸੀਂ ਉਧਰ ਆਪਣਾ ਸਮਾਂ ਨਹੀਂ ਲਾਇਆ। ਅਸੀਂ ਬੱਚਿਆਂ ਤੋਂ ਵੀ ਦੂਰ ਹੋਏ, ਟਰੱਕ ਚਲਾ ਕੇ ਦੂਰ ਅਸੀਂ 2-2 ਸ਼ਿਫਟਾਂ ਦੇ ਵਿੱਚ ਡਰਾਈਵ ਕਰਕੇ, ਤੇ ਸਾਡੇ ਪੱਲੇ ਵੀ ਕੁਝ ਨਹੀਂ ਪਿਆ ਹੈਗਾ। ਇਹ ਸਰਕਾਰੀ ਪ੍ਰੋਪੇਗੰਡੇ ਦਾ ਜਿਹੜਾ ਹੈ ਅਸੀਂ ਉਹ ਨੁਕਸਾਨ ਦੇਖਦੇ ਹਾਂ ਕਿ ਅਸੀਂ ਉਸ ਦਾ ਹਿੱਸਾ ਬਣੇ। ਹੁਣ ਜਿੱਥੇ ਹਾਲੇ ਵੀ ਜਿਹੜਾ ਦੱਖਣ ਭਾਰਤ ਹੈ ਜਾਂ ਪੂਰਬ ਭਾਰਤ ਹੈ, ਉੱਥੇ ਹਾਲੇ ਵੀ ਵੱਡੀਆਂ ਯੂਨੀਵਰਸਿਟੀਆਂ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਆਈਲੈਟਸ ਦੇ ਜਿਹੜੇ ਸਕੂਲ ਨੇ, ਆਈਲੈਟਸ ਦੀ ਜਿਹੜੇ ਲੋਕ ਤਿਆਰੀ ਕਰਵਾਉਂਦੇ ਨੇ ਸਕੂਲਾਂ ਦੇ ਵਿੱਚ, ਉਹਨਾਂ ਦੀ ਗਿਣਤੀ ਪੰਜਾਬ ਦੇ ਇੱਕ ਸ਼ਹਿਰ ਦੇ ਮੁਕਾਬਲੇ, ਜਿੰਨੇ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਉਹ ਆਈਲੈਟਸ ਦੀਆਂ ਦੁਕਾਨਾਂ ਖੁੱਲੀਆਂ ਨੇ, ਉਸ ਤੋਂ 5% ਵੀ ਨਹੀਂ ਨੇ। ਉਹ 5% ਵੀ ਨਹੀਂ ਹੈ ਉਹਨਾਂ ਦੀ ਜਿਹੜੀ ਗਿਣਤੀ ਹੈ। ਤਾਂ ਅਸੀਂ ਇਹ ਗੱਲ ਸੋਚ ਸਕਦੇ ਹਾਂ ਕਿ ਇਸ ਚੀਜ਼ ਦਾ ਸਾਨੂੰ ਕਿੱਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਨੁਕਸਾਨ ਹੋਇਆ। ਸੋ ਇੱਕ ਗੱਲ ਜਿਹੜੀ ਹੋਰ ਹੈ ਉਹ ਹੈ ਕਿ ਸਾਡਾ ਜਿਹੜਾ ਪੇਂਡੂ ਵਰਗ ਹੈ ਹਾਲੇ ਤੱਕ ਉਹ ਸਿੱਧਾ ਸਾਦਾ, ਸਾਡੇ ਪਿੰਡਾਂ 'ਚ ਰਹਿਣ ਵਾਲੇ ਲੋਕ ਨੇ ਜਿਹੜੇ ਉਹ ਹਾਲੇ ਵੀ ਜਿਹੜਾ ਹੈ ਉਹ ਸਿੱਧੇ ਸਾਦੇ ਸੁਭਾਅ ਦੇ ਨੇ। ਹਾਂ ਠੀਕ ਹੈ, ਉਹਨਾਂ ਦੇ ਵਿੱਚ ਜਿਹੜੀਆਂ ਕਿਤੇ ਨਾ ਕਿਤੇ ਪੋਲੀਟੀਕਲ ਐਕਟੀਵਿਟੀਜ਼ ਨੇ ਉਹ ਪਰਿਵਾਰਾਂ ਤੱਕ ਸੀਮਿਤ ਹੋ ਕੇ ਰਹਿ ਗਈਆਂ ਨੇ ਕਿ ਚਾਚੇ ਦੀ ਪਿੱਠ ਕਿਵੇਂ ਲਵਾਉਣੀ ਹੈ, ਜ਼ਮੀਨ ਕਿਵੇਂ ਵੰਡਾਉਣੀ ਹੈ, ਉਸ ਤਰੀਕੇ ਦੀ ਜਿਹੜੀ ਪੋਲੀਟਿਕਸ ਆ ਉਹਦੇ 'ਚ ਤਾਂ ਉਹ ਸਰਗਰਮ ਨੇ ਪੂਰੀ ਤਰ੍ਹਾਂ, ਜਾਂ ਜ਼ਮੀਨ ਨੂੰ ਵੰਡਾਉਣਾ ਕਿਵੇਂ। ਜਾਂ ਜਦੋਂ ਉਹ ਬਾਹਰ ਜਾਂਦੇ ਨੇ, ਸੁਸਾਇਟੀ 'ਚ ਜਾਂਦੇ ਨੇ, ਉੱਥੇ ਉਹ ਸਿਫਰ ਨੇ ਤੇ ਉਹਨਾਂ ਕੋਲ ਜਿਹੜੀ ਸਹੀ ਇਨਫੋਰਮੇਸ਼ਨ ਹੈ ਉਹ ਬਿਲਕੁਲ ਨਹੀਂ ਪਹੁੰਚ ਰਹੀ। ਤੇ ਜਿਹੜਾ ਸਰਕਾਰੀ ਕਿਸਮ ਦਾ ਪ੍ਰੋਪੇਗੰਡਾ ਜਿਹਦਾ ਜ਼ਿਕਰ ਆਪਾਂ ਸ਼ੁਰੂ ਦੇ ਵਿੱਚ ਕੀਤਾ, ਉਸ ਦਾ ਉਹ ਸਹਿਜੇ ਹੀ ਮਤਲਬ ਉਹਦਾ ਸ਼ਿਕਾਰ ਹੋ ਜਾਂਦੇ ਨੇ ਜਿਹੜੇ ਸਾਡੇ ਪੇਂਡੂ ਲੋਕ ਨੇ। ਸਭ ਤੋਂ ਵੱਡਾ ਹਮਲਾ ਕਰਦੇ ਨੇ ਧਾਰਮਿਕ ਪ੍ਰਚਾਰਕ। ਧਾਰਮਿਕ ਪ੍ਰਚਾਰਕ ਜਿਹੜੇ ਹੈ ਨੇ ਉਹਨਾਂ ਦਾ ਰੋਲ ਕਾਫੀ ਉਸ ਤਰੀਕੇ ਨਾਲ ਕਿਹਾ ਜਾ ਸਕਦਾ। ਅਸੀਂ ਇਸ ਦੇ ਉੱਤੇ ਕਦੇ ਚਰਚਾ ਨਹੀਂ ਕੀਤੀ। ਧਾਰਮਿਕ ਪ੍ਰਚਾਰਕਾਂ ਦਾ ਜਿਹੜਾ ਰੋਲ ਹੈ, ਉਹਨਾਂ ਦਾ ਕਾਰਜ ਹੈ
ਉਹਨਾਂ ਨੇ ਸਿਰਫ ਤੇ ਸਿਰਫ ਧਾਰਮਿਕ ਜਿਹੜੇ ਦ੍ਰਿਸ਼ਟੀਕੋਣ ਤੋਂ ਜਿਹੜੀ ਮੋਖ ਪ੍ਰਾਪਤੀ ਦੀ ਜਿਹੜੀ ਗੱਲ ਹੈ ਜਾਂ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਰਚੀ ਗਈ ਬਾਣੀ ਹੈ ਉਹਨੂੰ ਉਹ ਫਰੋਲਣ ਲੱਗ ਜਾਂਦੇ ਨੇ। ਹਰ ਪ੍ਰਚਾਰਕ ਇਹ ਦਾਅਵਾ ਕਰਦਾ ਕਿ ਜਿਹੜੇ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਉਹ ਕਰਦਾ ਉਹ ਸਿੱਕੇਬੰਦ ਨੇ, ਉਹ ਫਾਈਨਲ ਨੇ, ਉਹ ਵਧੀਆ ਨੇ। ਦੂਜਾ ਪ੍ਰਚਾਰਕ ਝੂਠ ਬੋਲ ਰਿਹਾ। ਹੁਣ ਇਸ ਕਿਸਮ ਦਾ ਜਿਹੜਾ ਪ੍ਰੋਪੇਗੈਂਡਾ ਚੱਲ ਰਿਹਾ ਹੈ ਇਹਦੇ 'ਚ ਉਸ ਖਾਸ ਜਿਹੜਾ ਪ੍ਰਚਾਰਕ ਹੈ ਉਹਦਾ ਹਿੱਸਾ ਤਾਂ ਨਾ ਮਾਤਰ ਹੀ ਹੈ। ਇਹ ਸ਼ੁਰੂ ਕਿੱਥੋਂ ਹੁੰਦਾ? ਇਹ ਸਰਕਾਰ ਜਾਂ ਸਰਕਾਰੀ ਪ੍ਰੋਪੇਗੈਂਡਾ ਜਾਂ ਉਹ ਜਿਹੜੀ ਯੋਜਨਾ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹਦਾ ਹਿੱਸਾ ਤੇ ਉਹਨਾਂ ਦੀ ਚਾਹਤ ਹੈ। ਉਹ ਚਾਹੁੰਦੇ ਨੇ ਇਹ ਕਿ ਇਸ ਗੱਲ ਨੂੰ ਅਸੀਂ ਵਿਚਾਰ ਚਰਚਾ ਕਰਦੇ ਰਹੀਏ। ਇਹਦੇ ਉੱਤੇ ਗੁਰਬਾਣੀ ਦੇ ਅਰਥ ਕੌਣ ਕਰ ਸਕਿਆ? ਗੁਰੂ ਸਾਹਿਬਾਨ ਤੋਂ ਉੱਪਰ ਕੌਣ ਹੋ ਸਕਦਾ? ਇਹ ਤਾਂ ਸਹਿਜ ਰੂਪ ਦੇ ਵਿੱਚ ਸਾਡੇ ਚੇਤਨ ਅਵਸਥਾ ਦੇ ਵਿੱਚ ਇੱਕ ਵਿਕਾਸ ਆ ਜਿਹੜਾ ਸ਼ਬਦ ਦਾ ਕੁਦਰਤ ਬਾਰੇ, ਉਹ ਆਪ ਮੁਹਾਰੇ ਹੈ। ਕੌਣ ਦੱਸ ਸਕਦਾ ਕਿਸੇ ਨੂੰ ਕਿ ਏਕ ਓਂਕਾਰ ਕੀ ਹੈ, ਏਕ ਓਂਕਾਰ ਦੇ ਅਰਥ ਕੀ ਨੇ? ਕੋਈ ਦੱਸ ਸਕਿਆ? ਵੱਡੇ ਤੋਂ ਵੱਡੇ ਜਿਹੜੇ ਗੁਣੀ ਗਿਆਨੀ ਹੋਣ ਦਾ ਦਾਅਵਾ ਕਰਦੇ ਰਹੇ ਨੇ, ਰਜਨੀਸ਼ ਵਰਗੇ ਵੀ, ਉਹ ਕਹਿੰਦਾ ਵੀ ਮੈਂ ਦੱਸ ਨਹੀਂ ਸਕਦਾ ਹੈਗਾ ਇਹਨੂੰ। ਉਹ ਵੀ ਕਹਿ ਗਿਆ। ਤੇ ਸਾਡੇ ਪ੍ਰਚਾਰਕ ਕਿਵੇਂ ਦੱਸਣਗੇ? ਸੋ ਚਾਹੀਦਾ ਤਾਂ ਇਹ ਸੀ ਕਿ ਸਾਡੇ ਪ੍ਰਚਾਰਕ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸੁਣਾਉਂਦੇ ਹੋਏ ਉਹ ਦੱਸਦੇ ਕਿ ਸਭ ਤੋਂ ਪਹਿਲਾਂ ਸਿੱਖ ਰਾਜ ਕਿਵੇਂ ਸਥਾਪਿਤ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਕਿਹੋ ਜਿਹਾ ਸੀ, ਉਸਨੇ ਮੁਜ਼ਾਰਿਆਂ ਨੂੰ, ਕਿਰਤੀਆਂ ਨੂੰ, ਕਾਮਿਆਂ ਨੂੰ ਜ਼ਮੀਨਾਂ ਕਿਵੇਂ ਦਿੱਤੀਆਂ। ਇਹ ਗੱਲ ਤਾਂ ਕੋਈ ਪੜ੍ਹਾਉਂਦਾ ਨਹੀਂ ਹੈਗਾ, ਇਹ ਗੱਲ ਤਾਂ ਕੋਈ ਕਥਾ 'ਚ ਦੱਸਦਾ ਨਹੀਂ ਹੈਗਾ। ਮਿਸਲਾਂ ਦੇ ਦੌਰ ਦੇ ਵਿੱਚ ਕੁਝ ਮੁੱਠੀ ਭਰ ਜਾਣੇ ਜਾਂਦੇ ਕਹੇ ਜਾਂਦੇ ਸਿੰਘ ਜੰਗਲਾਂ ਦੇ ਵਿੱਚੋਂ ਨਿਕਲ ਕੇ ਵੱਡੀਆਂ ਵੱਡੀਆਂ ਧਾੜਾਂ ਦੇ ਉੱਤੇ, ਵੱਡੀਆਂ ਵੱਡੀਆਂ ਫੌਜਾਂ ਦੇ ਉੱਤੇ ਕਿਸ ਤਰ੍ਹਾਂ ਹਮਲਾ ਕਰਕੇ ਜਿਹੜੀਆਂ ਅਗਵਾ ਕੀਤੀਆਂ ਹੋਈਆਂ ਲੜਕੀਆਂ ਸਨ ਉਹਨਾਂ ਨੂੰ ਛੁਡਾ ਲੈ ਜਾਂਦੇ ਸਨ, ਉਹਨਾਂ ਦਾ ਮਾਲ ਅਸਬਾਬ ਲੁੱਟ ਲੈਂਦੇ ਸਨ। ਇਹਦੇ ਬਾਰੇ ਕੋਈ ਘੱਟ ਜ਼ਿਕਰ ਕਰਦਾ, ਗੱਲ ਨਹੀਂ ਕਰਦਾ। ਇਹ ਪ੍ਰੋਪੇਗੈਂਡੇ ਦੀ ਸ਼ਕਲ ਉਹ ਤੈਅ ਕਰਦੇ ਨੇ ਕਿ ਕੀ ਗੱਲ ਤੁਹਾਡੇ 'ਚ ਜਾਣੀ ਚਾਹੀਦੀ ਹੈ। ਉਹ ਨਹੀਂ ਚਾਹੁੰਦੇ ਕਿ ਸਿੱਖ ਇਤਿਹਾਸ ਦੇ ਜਿਹੜੇ ਅਸਲੀ ਦ੍ਰਿਸ਼ਟੀਕੋਣ ਨੇ ਉਹ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਤੱਕ ਪਹੁੰਚਣ। ਉਹਨਾਂ ਨੂੰ ਰਾਮ ਰੌਲਾ ਜਿਹੜਾ ਹੈ ਸਭ ਤੋਂ ਜ਼ਿਆਦਾ ਸੂਟ ਕਰਦਾ। ਰਾਮ ਰੌਲਾ ਜਿਹੜਾ ਹੈ ਸਭ ਤੋਂ ਜ਼ਿਆਦਾ ਸੂਟ ਕਰਦਾ। ਐਸੇ ਕਾਰਨ ਅਸੀਂ ਵੀ ਰਾਮ ਰੌਲੇ 'ਚ ਪੈ ਗਏ, ਪੰਜਾਬ ਦੀ ਆਜ਼ਾਦੀ ਦੀ ਗੱਲ ਛੱਡ ਕੇ ਤੇ ਸਾਡੇ ਇਤਿਹਾਸ ਨੂੰ ਛੱਡ ਕੇ। ਤੇ ਬੇਸਿਕ ਜਾਣਕਾਰੀ ਜਿਹੜੀ ਹੁੰਦੀ ਹੈ ਨਾ ਸਿੱਖੀ ਦੀ, ਉਹ ਵੀ ਨਹੀਂ ਦੇ ਰਿਹਾ ਕੋਈ ਪ੍ਰਚਾਰਕ। ਸਿਰਫ ਇਹ ਦੱਸ ਰਿਹਾ ਕਿ ਇਸ ਸ਼ਬਦ ਦੇ ਆਹ ਅਰਥ ਨੇ। ਫਲਾਣਾ ਪ੍ਰਚਾਰਕ ਜਾਂ ਫਲਾਣੀ ਜਿਹੜੀ ਸੰਪਰਦਾ ਉਹ ਇਹ ਕਰਦੀ ਹੈ, ਪਰ ਇਹਦੇ ਅਸਲ ਅਰਥ ਇਹ ਨੇ। ਇਸ ਰਾਮ ਰੌਲੇ 'ਚ ਪੈ ਗਏ ਨੇ ਤੇ ਇਹਦੇ 'ਚ ਹਰ ਪ੍ਰਚਾਰਕ ਦੇ ਆਪਣੇ ਆਪਣੇ ਧੜੇ ਨੇ। ਤੇ ਜਿਹੜੇ ਦੂਜੇ ਧੜੇ ਨੇ ਉਹਨਾਂ ਦੇ ਦੇਖ ਲਓ ਵੀ ਢੱਡਰੀਆਂ ਵਾਲਾ ਹੋ ਗਿਆ, ਨੂਰ ਮਹਿਲ ਵਾਲਾ ਹੋ ਗਿਆ, ਸਰਸੇ ਵਾਲਾ ਹੋ ਗਿਆ, ਦਿੱਲੀ ਵਾਲਾ ਨਕਲੀ ਨਿਰੰਕਾਰੀਆਂ ਦਾ ਹੋ ਗਿਆ, ਰਾਧਾ ਸੁਆਮੀ ਹੋ ਗਿਆ। ਇਹਨਾਂ ਦੇ ਤੁਸੀਂ ਹੈਰਾਨੀ ਮੰਨੋਗੇ ਕਿ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਦੇ ਫਾਲੋਅਰ ਨੇ। ਤੁਸੀਂ ਹੈਰਾਨ ਹੋਵੋਗੇ। ਇਸ ਪ੍ਰੋਪੇਗੈਂਡੇ ਦੇ ਬਾਵਜੂਦ ਤੁਸੀਂ ਉੱਥੇ ਤੱਕ ਤਾਂ ਤੁਸੀਂ ਸੋਚ ਵੀ ਨਹੀਂ ਸਕੇ। ਜਿਹੜੇ ਪ੍ਰਚਾਰਕ ਨੇ, ਮੈਂ ਉਹਨਾਂ ਨੂੰ ਕਹਿੰਦਾ ਕਿ ਉੱਥੇ ਤਾਂ ਤੁਸੀਂ ਉਹਨਾਂ ਨੂੰ ਤਾਂ ਜਾਗਰੂਕ ਕਰ ਨਹੀਂ ਸਕੇ ਹੈਗੇ ਹਾਲੇ ਤੱਕ। ਤੁਹਾਡੀ ਗੱਲ ਤਾਂ ਜਾ ਰਹੀ ਹੈ ਨਾ ਸੋਸ਼ਲ ਮੀਡੀਆ ਤੇ, ਤੁਹਾਡੀ ਵਾਇਰਲ ਹੁੰਦੀ ਗੱਲ ਉਹਨਾਂ ਤੱਕ ਪਹੁੰਚੀ ਹੈ? ਕਦੇ ਨਕਲੀ ਨਿਰੰਕਾਰੀਆਂ ਦੇ ਚੇਲਿਆਂ ਕੋਲ ਪਹੁੰਚੀ ਹੈ? ਨੂਰ ਮਹਿਲ ਦੇ ਚੇਲਿਆਂ ਕੋਲ ਪਹੁੰਚੀ ਹੈ ਤੁਹਾਡੀ ਗੱਲ? ਤੁਸੀਂ ਕਿਸ ਤਰੀਕੇ ਨਾਲ ਉਹਨਾਂ ਤੇ ਗੱਲ ਕਰਦੇ ਹੋ? ਤੁਸੀਂ ਗੱਲ ਕਰ ਰਹੇ ਹੋ ਸਿਰਫ ਤੇ ਸਿਰਫ ਰਾਮ ਰੌਲੇ ਦੀ। ਤੁਸੀਂ ਗੱਲ ਕਰ ਰਹੇ ਹੋ ਸਿਰਫ ਤੇ ਸਿਰਫ ਕਿ ਕਿਹੜਾ ਪ੍ਰਚਾਰਕ ਕਿਸ ਤਰ੍ਹਾਂ ਦੇ ਅਰਥ ਕਰਦਾ ਤੇ ਮੇਰੇ ਬਿਹਤਰ ਨੇ, ਮੈਂ ਜਿਸ ਤਰੀਕੇ ਨਾਲ ਗੱਲ ਦੱਸ ਰਿਹਾ ਉਹ ਬਿਹਤਰ ਹੈ। ਤੁਸੀਂ ਇਹ ਗੱਲ ਕਰ ਰਹੇ ਹੋ। ਤੁਹਾਡੀ ਗੱਲ ਜਦੋਂ ਤੱਕ ਨੂਰ ਮਹਿਲ ਦੇ ਚੇਲਿਆਂ ਕੋਲ ਨਹੀਂ ਜਾਂਦੀ, ਤੁਹਾਡੀ ਗੱਲ ਜਦੋਂ ਰਾਧਾ ਸੁਆਮੀਆਂ ਤੱਕ ਨਹੀਂ ਜਾਂਦੀ, ਨਕਲੀ ਨਿਰੰਕਾਰੀਆਂ ਤੱਕ ਨਹੀਂ ਜਾਂਦੀ, ਉਦੋਂ ਤੱਕ ਤੁਹਾਡਾ ਪ੍ਰਚਾਰ ਫੇਲ ਹੈ। ਤੁਸੀਂ ਆਪ ਪ੍ਰੋਪੇਗੈਂਡੇ ਦੀ ਕੋਈ ਗੱਲ ਤੋਰੀ ਹੈ? ਤੁਸੀਂ ਆਪਾਂ ਸਰਕਾਰੀ ਪ੍ਰੋਪੇਗੈਂਡੇ ਦੇ ਅਧੀਨ ਚੱਲ ਰਹੇ ਹਾਂ। ਅਸੀਂ ਉਸ ਦਾ ਹਿੱਸਾ ਤਾਂ ਬਣ ਗਏ ਹਾਂ, ਡਿਫੈਂਸਿਵ ਹੋ ਰਹੇ ਹਾਂ ਉੱਥੋਂ। ਜਦੋਂ ਤੁਸੀਂ ਡਿਫੈਂਸ ਤੇ ਆ ਗਏ ਤਾਂ ਉਹਦਾ ਪ੍ਰੋਪੇਗੈਂਡਾ ਕਾਮਯਾਬ ਹੈ। ਤੇ ਕਦੇ ਤੁਸੀਂ ਇਹ ਸੋਚਿਆ ਪ੍ਰਚਾਰਕ ਵੀਰੋ ਕਿ ਕਦੇ ਆਪ ਆਪਣੇ ਵੱਲੋਂ ਜਿਹੜਾ ਹੈ ਅਸੀਂ ਕੋਈ ਗੱਲ ਕਰੀਏ
ਪਿਛਲੇ ਦਿਨਾਂ ਦੇ ਵਿੱਚ ਅਸੀਂ ਭਾਈ ਮਾਝੀ ਹਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਮਾਲਵੇ ਦੇ ਵਿੱਚ ਚੰਗਾ ਖਾਸਾ ਪ੍ਰਚਾਰ ਕੀਤਾ, ਉਹਨੇ ਹਮਲਾਵਰ ਹੋ ਕੇ ਪ੍ਰਚਾਰ ਕੀਤਾ ਉੱਥੇ, ਐਸੇ ਕਾਰਨ ਉਹਨੂੰ ਖਤਰਾ ਹੋਇਆ। ਖਤਰੇ ਤਾਂ ਹੁੰਦੇ ਨੇ, ਪਰ ਜੇ ਸਮੂਹਿਕ ਰੂਪ ਦੇ ਵਿੱਚ ਤੁਸੀਂ ਹਮਲਾਵਰ ਹੋ ਕੇ ਪ੍ਰਚਾਰ ਕਰੋਗੇ, ਨਿਰਸੰਦੇਹ ਉਹਦਾ ਅਸਰ ਪਏਗਾ। ਤੇ ਇਹ ਪ੍ਰਾਪੇਗੰਡੇ ਦਾ ਹਿੱਸਾ ਹੋਣਾ ਚਾਹੀਦਾ, ਤੁਹਾਡੇ ਵੱਲੋਂ ਪ੍ਰਾਪੇਗੰਡਾ ਸ਼ੁਰੂ ਹੋਣਾ ਚਾਹੀਦਾ। ਤੁਸੀਂ ਕਿਸੇ ਪ੍ਰਾਪੇਗੰਡੇ ਦਾ ਹਿੱਸਾ ਨਹੀਂ ਹੋਣੇ ਚਾਹੀਦੇ। ਕੌਮੀ ਪਰਵਾਨੇ ਜਿਹੜੇ ਇਸ ਵੇਲੇ ਸੁਣ ਰਹੇ ਨੇ, ਜਾਂ ਕੌਮ ਦੇ ਸੂਝਵਾਨ ਜਿਹੜੇ ਦਰਸ਼ਕ ਨੇ ਇਸ ਵੇਲੇ ਸੋਸ਼ਲ ਮੀਡੀਆ ਤੇ ਜਾਂ ਵੱਖ-ਵੱਖ ਟੀਵੀ ਦੇ ਜ਼ਰੀਏ, IP ਬਾਕਸਿਸ ਦੇ ਜ਼ਰੀਏ ਇਹ ਪ੍ਰੋਗਰਾਮ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਚਾਹੀਦਾ। ਜਿਹੜੇ 1984 ਤੋਂ ਲੈ ਕੇ ਹੁਣ ਤੱਕ ਉਸ ਪ੍ਰਾਪੇਗੰਡੇ ਦਾ ਹਿੱਸਾ ਬਣੇ ਰਹੇ ਸਾਡੇ ਵੱਡੀਆਂ ਉਮਰਾਂ ਦੇ ਭਰਾ, ਉਹਨਾਂ ਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਕਿ ਉਹਨਾਂ ਦੇ ਬੱਚਿਆਂ ਨੂੰ ਕੀ ਸੋਚਣਾ ਚਾਹੀਦਾ। ਉਹ ਤੈਅ ਕਰਨ। ਸਰਕਾਰੀ ਪ੍ਰਾਪੇਗੰਡਾ ਜਾਂ ਸਰਕਾਰਾਂ ਜਾਂ ਸਿਸਟਮ ਤੈਅ ਨਾ ਕਰੇ ਕਿ ਉਹਨਾਂ ਦੇ ਬੱਚਿਆਂ ਨੇ ਕੀ ਸੋਚਣਾ। ਉਹ ਖੁਦ ਤੈਅ ਕਰਨ ਕਿ ਉਹਨਾਂ ਦੇ ਬੱਚਿਆਂ ਨੂੰ ਕੀ ਸੋਚਣਾ ਚਾਹੀਦਾ ਤੇ ਕਿਸ ਤਰੀਕੇ ਨਾਲ ਉਹ ਲਾਗੂ ਕਰਨ। ਹੁਣ ਤਾਂ ਬੱਚਿਆਂ ਦੇ ਬੱਚੇ ਵੀ 10-10, 12-12 ਸਾਲ ਦੇ ਹੋ ਗਏ ਹੋਣਗੇ ਉਹਨਾਂ ਦੇ, ਤੇ ਇਹ ਉਹਨਾਂ ਨੂੰ ਆਪਣੇ ਘਰ ਦੇ ਟੇਬਲ ਦੇ ਉੱਤੇ, ਕਾਫੀ ਟੇਬਲ ਦੇ ਉੱਤੇ ਬੈਠ ਕੇ, ਡਾਈਨਿੰਗ ਟੇਬਲ ਦੇ ਉੱਤੇ ਬੈਠ ਕੇ ਇਸ ਬਾਰੇ ਵਿਚਾਰ ਕਰਨੀ ਬਣਦੀ ਹੈ, ਵਿਚਾਰ ਕਰਨੀ ਚਾਹੀਦੀ ਹੈ। ਇਹਦੇ 'ਚ ਕਿਤਾਬ ਨਾ ਪੜ੍ਹਨ ਦਾ ਕਾਰਨ ਹੈ ਕਿ ਸਹੀ ਜਾਣਕਾਰੀ ਹੈ ਜਿਹੜੀ ਸਾਡੇ ਕੋਲ ਉਹ ਹੈ ਨਹੀਂ। ਜਿਹੜਾ ਸਹੀ ਪ੍ਰਾਪੇਗੰਡਾ ਨਾ ਹੋਣ ਕਾਰਨ ਅਸੀਂ ਕਾਫੀ ਪਛੜੇ ਹੋਏ ਹਾਂ। ਇਸ ਕਰਕੇ ਜਿਹੜਾ ਸਰਕਾਰੀ ਪ੍ਰਾਪੇਗੰਡਾ, ਉਹਦੇ 'ਚ ਸਾਨੂੰ ਨਾਲ ਕਿਤੇ ਨਾ ਕਿਤੇ ਉਹਦਾ ਪ੍ਰਭਾਵ ਕਬੂਲਣਾ ਪੈਂਦਾ, ਤੇ ਨਾ ਕਰਕੇ ਬੰਦਾ ਉਸ ਦਾ ਪ੍ਰਭਾਵ ਕਬੂਲ ਹੀ ਲੈਂਦਾ। ਰਾਜਨੀਤੀ ਲੋਕਾਂ ਦੇ ਮਨਾਂ ਤੋਂ ਲੈ ਗਈ, ਕਾਫੀ ਦੇਰ ਤੋਂ ਲਹੀ ਹੋਈ ਹੈ, ਪੰਜਾਬੀਆਂ ਦੇ ਤਾਂ ਖਾਸ ਕਰਕੇ। ਐਸੇ ਕਰਕੇ ਉਹ ਸਰਗਰਮ ਤੌਰ ਦੇ ਉੱਤੇ ਉਹਦੇ 'ਚ ਭੂਮਿਕਾ ਨਹੀਂ ਨਿਭਾਉਂਦੇ। ਗੱਲ ਚੰਗੀ ਹੈ, ਇੱਕ ਗੱਲ ਤਾਂ ਕਲੀਅਰ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਰਾਜਨੀਤੀ ਗੰਧਲੀ ਹੈ। ਤੇ ਇਹ ਗੱਲ ਦਾ ਜਿਹੜਾ ਮੈਂ ਕਹਾਂਗਾ ਕਿ ਪ੍ਰਾਪੇਗੰਡੇ ਦੇ ਰਾਹੀਂ ਕੋਸ਼ਿਸ਼ ਕੀਤੀ ਹੈ, ਇਹ ਸਰਕਾਰ ਨੇ ਕੀਤੀ ਸੀ ਕਿ ਪੰਜਾਬੀ ਜਿਹੜੇ ਹੈ ਨੇ ਰਾਜਨੀਤੀ ਨੂੰ ਗਲੋਂ ਲਾ ਦੇਣ ਚੰਗੀ ਤਰ੍ਹਾਂ। ਤੇ ਉਸੇ ਤਰੀਕੇ ਨਾਲ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਰਾਜਨੀਤੀ ਦੇ ਵਿੱਚ ਸਰਗਰਮ ਤੌਰ ਦੇ ਉੱਤੇ ਹਿੱਸਾ ਨਹੀਂ ਲੈ ਰਹੀਆਂ। ਪੰਜਾਬ ਦਾ ਨੌਜਵਾਨ ਅੱਜ, ਨਵੇਂ ਮੁੰਡੇ ਨੇ ਜਿਹੜੇ ਰਾਜਨੀਤੀ ਤੋਂ ਦੂਰ ਜਾ ਰਹੇ ਨੇ, ਉਹਨਾਂ ਨੂੰ ਰਾਜਨੀਤੀ ਬਾਰੇ ਪਤਾ ਨਹੀਂ ਹੈ। ਰਾਜਨੀਤਿਕ ਲੋਕਾਂ ਦੇ, ਸਿਆਸੀ ਲੋਕਾਂ ਦੇ ਗੁੰਡੇ ਤਾਂ ਬਣ ਰਹੇ ਨੇ ਪੰਜਾਬ ਦੇ ਮੁੰਡੇ ਅੱਜ, ਪਰ ਸਰਗਰਮ ਤੌਰ ਦੇ ਉੱਤੇ ਰਾਜਨੀਤਿਕ ਜਿਹੜੀ ਲੀਡਰਸ਼ਿਪ ਹੁੰਦੀ ਹੈ, ਉਹ ਲੀਡਰਸ਼ਿਪ ਬਣਨ ਤੋਂ ਰੋਕਣ ਦੇ ਲਈ ਜਿਹੜਾ ਸਰਕਾਰੀ ਪ੍ਰਾਪੇਗੰਡਾ ਇਸ ਤਰੀਕੇ ਨਾਲ ਉੱਥੇ ਐਕਟਿਵ ਹੈ ਕਿ ਸਿੱਖਾਂ ਦੇ ਮੁੰਡੇ ਰਾਜਨੀਤੀ ਦੇ ਵਿੱਚ ਪ੍ਰਵੇਸ਼ ਨਾ ਕਰਨ, ਰਾਜਨੀਤੀ 'ਚ ਨਾ ਆਉਣ। ਇਹ ਇੱਕ ਪ੍ਰਾਪੇਗੰਡੇ ਰਾਹੀਂ, ਇੱਕ ਤੈਅਸ਼ੁਦਾ ਤਰੀਕੇ ਦੇ ਰਾਹੀਂ ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਜਚਾਇਆ ਜਾਂਦਾ ਕਿ ਰਾਜਨੀਤੀ ਗੰਦੇ ਲੋਕਾਂ ਦਾ ਅਖਾੜਾ, ਇਹਦੇ 'ਚ ਸਿਰਫ ਤੇ ਸਿਰਫ ਪੁੱਜੇ ਹੋਏ ਗੁੰਡੇ ਲੋਕ ਹੀ ਕਾਮਯਾਬ ਹੁੰਦੇ ਨੇ ਤੇ ਉਹਨਾਂ ਨੇ ਹੀ ਅੱਗੇ ਆਉਣਾ ਬਾਰ-ਬਾਰ। ਤੇ ਆਮ ਜਿਹੜੇ ਮੁੰਡੇ ਹੁੰਦੇ ਨੇ, ਠੀਕ ਹੈ, ਉਹਨਾਂ ਕੋਲ ਕੋਈ ਪ੍ਰੋਗਰਾਮ ਤਾਂ ਹੈ ਨਹੀਂ, ਸਾਡੇ ਲੀਡਰਾਂ ਨੇ ਕੋਈ ਪ੍ਰੋਗਰਾਮ ਤਾਂ ਦਿੱਤਾ ਨਹੀਂ ਹੈਗਾ ਉਹਨਾਂ ਨੂੰ, ਨੌਜਵਾਨਾਂ ਨੂੰ। ਇਸ ਕਾਰਨ ਉਹ ਵੱਖ-ਵੱਖ ਧੜਿਆਂ ਦੇ ਰਾਹੀਂ, ਕੁਝ ਗਾਉਣ ਵਾਲਿਆਂ ਮਗਰ ਲੱਗ ਗਏ, ਨਸ਼ੇ ਮਗਰ ਲੱਗ ਗਏ, ਕੁਝ ਕਬੱਡੀਆਂ ਦੇ ਵਿੱਚ ਨਸ਼ੇ ਕਰਨ ਲੱਗ ਪਏ, ਤੇ ਕੁਝ ਜਿਹੜੇ ਹੁਕਮਰਾਨ ਹੁੰਦੇ ਨੇ ਸਟੇਟ ਦੇ, ਉਹਨਾਂ ਦੇ ਮਗਰ ਉਹਨਾਂ ਦੀ ਝੋਲੀ ਚੁੱਕਣ ਲੱਗ ਜਾਂਦੇ ਨੇ। ਤੇ ਉਹਨਾਂ ਦੇ ਕਹਿਣ ਦੇ ਉੱਤੇ ਕੋਈ ਰੇਤ ਮਾਫੀਆ ਦੇ ਨਾਲ, ਕੋਈ ਕੇਬਲ ਮਾਫੀਆ ਦੇ ਨਾਲ, ਇਸ ਤਰ੍ਹਾਂ ਵੱਖ-ਵੱਖ ਮਾਫੀਆ ਬਣੇ ਹੋਏ ਨੇ, ਉਹਨਾਂ ਦੇ ਰਾਹੀਂ ਉਹਨਾਂ ਦੀ ਜਿਹੜੀ ਝੋਲੀ ਚੁੱਕਦੇ ਨੇ, ਉਹ ਉਹਨਾਂ ਦੇ ਨਾਲ ਲੱਗਦੇ ਨੇ। ਸੋ ਇਹ ਸਾਰੇ ਜਿਹੜੇ ਨੌਜਵਾਨ ਨੇ ਸਾਡੇ, ਉਹਨਾਂ ਦੇ ਵਿੱਚ ਵੰਡੇ ਹੋਏ ਨੇ। ਇਹਦਾ ਇੱਕ ਪੋਜ਼ਿਟਿਵ ਪੱਖ ਵੀ ਹੈ, ਮੈਂ ਉਹ ਤੁਹਾਡੇ ਨਾਲ ਅਖੀਰ 'ਚ ਗੱਲ ਕਰਾਂਗਾ ਸਾਰਿਆਂ ਤੋਂ। ਸੋ ਇਹਦੇ 'ਚ ਇੱਕ ਸੋਚੀ ਸਮਝੀ ਪਲੈਨਿੰਗ ਨਾਲ ਸਿੱਖ ਸੰਸਥਾਵਾਂ, ਉਹਨਾਂ ਦੇ ਪ੍ਰਧਾਨਾਂ ਨੂੰ ਇਹ ਵਿਵਾਦਾਂ 'ਚ ਲਿਆਉਂਦਾ। ਇਹ ਜਿਹੜਾ ਪ੍ਰਾਪੇਗੰਡਾ ਸਿੱਖ ਸੰਸਥਾਵਾਂ ਨੂੰ, ਉਹਨਾਂ ਦੇ ਪ੍ਰਧਾਨਾਂ ਨੂੰ ਤੇ ਉਹਨਾਂ ਦੇ ਨਾਲ ਜੁੜੇ ਹੋਏ ਵਿਅਕਤੀਆਂ ਨੂੰ, ਇਹ ਪ੍ਰਾਪੇਗੰਡਾ ਰਾਹੀਂ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਤਾਂ ਕਿ ਸਿੱਖਾਂ ਦੀ, ਸਿੱਖ ਸੰਘਰਸ਼ ਦੀ ਜਿਹੜੀ ਦਿੱਖ ਹੈ, ਉਹ ਲੋਕਾਂ ਦੇ ਵਿੱਚ ਗਲਤ ਜਿਹੜੀ ਸ਼ਕਲ ਹੈ ਉਹ ਅਖਤਿਆਰ ਕਰ ਲਵੇ, ਸਟੈਂਪ ਲੱਗ ਜਾਏ ਉਹਦੇ ਤੇ। ਇਹ ਉਹਦੀ ਕੋਸ਼ਿਸ਼ ਹੈ। ਤੇ ਅਸੀਂ ਇਹੋ ਜਿਹੇ ਪ੍ਰਾਪੇਗੰਡੇ ਦੇ ਵਿੱਚ ਵੀ ਅਸੀਂ ਸਰਗਰਮ ਹੋ ਕੇ, ਅੱਗੇ ਹੋ ਕੇ ਅਹਿਮ ਭੂਮਿਕਾ ਨਿਭਾਉਂਦੇ ਹਾਂ ਤੇ ਇਹੋ ਜਿਹੀਆਂ ਚੀਜ਼ਾਂ ਨੂੰ ਅੱਗੇ ਤੱਕ ਅਸੀਂ ਲੈ ਕੇ ਜਾਂਦੇ ਹਾਂ। ਤੇ ਇਹ ਉਹਦੀ ਖੇਡ ਹੈ। ਸਿੱਖ ਯੂਥ ਨੂੰ ਜਿੱਥੇ ਅਸੀਂ ਦੇਖਦੇ ਹਾਂ ਕਿ ਪੰਜਾਬੀ ਸੰਗੀਤ ਨੂੰ ਪ੍ਰਾਪੇਗੰਡੇ ਦਾ ਇੱਕ ਸਾਧਨ ਬਣਾ ਕੇ ਪੇਸ਼ ਕੀਤਾ ਜਾ ਰਿਹਾ,
ਹੁਣ ਸੰਗੀਤ ਦੀ ਵਿਧਾ ਜਿਹੜੀ ਹੈ, ਸੰਗੀਤ ਦੀ ਵਿਧਾ ਦੇ ਵਿੱਚ ਹਥਿਆਰਾਂ ਵਾਲੇ ਗਾਣੇ ਪ੍ਰਚਲਿਤ ਕੀਤੇ ਜਾ ਰਹੇ ਨੇ। ਹਥਿਆਰਾਂ ਵਾਲੇ ਗਾਣੇ ਜਦੋਂ ਪ੍ਰਚਲਿਤ ਕੀਤੇ ਜਾਂਦੇ ਨੇ, ਜਿਹੜੇ ਗੁੰਡਾ ਅਨਸਰ ਨੇ, ਨੌਜਵਾਨ ਨੇ ਜਿਹੜੇ, ਉਹਨਾਂ ਕੋਲ ਤਾਂ ਉਹ ਹਥਿਆਰ ਹੈ ਨੇ, ਕਿਉਂਕਿ ਉਹਨਾਂ ਦੇ ਜਿਹੜੇ ਮਾਈ ਬਾਪ ਨੇ, ਸਿਆਸੀ ਲੋਕ ਨੇ, ਉਹ ਉਹਨਾਂ ਨੂੰ ਪ੍ਰਦਾਨ ਕਰਦੇ ਨੇ। ਉਹਨਾਂ ਦੇ ਹੁਕਮ ਦੇ ਉੱਤੇ ਉਹ ਰੇਤ ਦੀਆਂ ਖਾਣਾਂ ਦਾ, ਬੱਸਾਂ ਦਾ, ਕੇਬਲ ਮਾਫੀਆ ਦਾ ਤੇ ਹੋਰ ਇਹੋ ਜਿਹੇ ਜਿਹੜੇ ਮਾਫੀਆ ਨੇ, ਉਹਨਾਂ ਨੂੰ ਉਹ ਸੁਰੱਖਿਅਤ ਰੱਖਣ ਦੇ ਲਈ ਉਹਨਾਂ ਦੀ ਪਹਿਰੇਦਾਰੀ ਕਰਦੇ ਨੇ 2 ਨੰਬਰ ਦੇ ਵਿੱਚ। ਪਰ ਜਿਹੜੇ ਇਹੋ ਜਿਹੇ ਗਾਇਕਾਂ ਦੇ ਸਮਰਥਕ ਨੇ, ਇਹੋ ਜਿਹੇ ਗਾਇਕਾਂ ਦੇ ਪਿੱਛੇ ਨੇ, ਉਹਨਾਂ ਦੇ ਫੈਨ ਫਾਲੋਅਰ ਨੇ, ਤਾਂ ਉਹ ਇਹੋ ਜਿਹੇ ਹਥਿਆਰ ਰੱਖ ਸਕਦੇ ਨੇ? ਉਹਨਾਂ ਦੇ ਵਿੱਚੋਂ ਕਿੰਨੀ ਕੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਉਹ ਹਥਿਆਰਾਂ ਵਾਲੇ ਗੀਤਾਂ ਦੇ ਉੱਤੇ ਨੱਚਦੇ ਨੇ, ਉਹਨਾਂ ਨੂੰ ਪ੍ਰਮੋਟ ਕਰਦੇ ਨੇ ਤੇ ਉਹਨਾਂ ਗਾਇਕਾਂ ਨੂੰ ਪ੍ਰਮੋਟ ਕਰਦੇ ਨੇ? ਕਿੰਨੀ ਕੁ ਵੱਡੀ ਯੂਥ ਦੀ ਗਿਣਤੀ ਹੈ ਕਿ ਉਹ ਉਹੋ ਜਿਹੇ ਹਥਿਆਰ ਆਪ ਵੀ ਰੱਖਣ ਜਾਂ ਉਸ ਤਰੀਕੇ ਨਾਲ ਉੱਥੇ ਠਾਠਾ ਕਰਦੇ ਫਿਰਨ? ਇਹੋ ਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਵਿੱਚ ਕਿਸੇ ਵੇਲੇ ਵੀ ਗੜਬੜ ਹੋਵੇ, ਕਿਉਂਕਿ ਪੋਟੈਂਸ਼ੀਅਲ ਹੈ ਪੰਜਾਬੀਆਂ ਦੇ ਵਿੱਚ, ਪੰਜਾਬੀ ਮੁੰਡਿਆਂ ਦੇ ਵਿੱਚ ਪੋਟੈਂਸ਼ੀਅਲ ਖਤਮ ਨਹੀਂ ਹੋਇਆ। ਇਹ ਹੋ ਵੀ ਨਹੀਂ ਸਕਦਾ ਹੈਗਾ। ਪੰਜਾਬ ਦਾ ਪਾਣੀ ਇਹੋ ਜਿਹਾ, ਤੁਸੀਂ ਕਿੰਨਾ ਮਰਜ਼ੀ ਇਹਨੂੰ ਗੰਧਲਾ ਕਰ ਦਿਓ, ਕਿੰਨੀ ਮਰਜ਼ੀ ਹਵਾ 'ਚ ਉੱਥੇ ਪ੍ਰਦੂਸ਼ਣ ਫੈਲਾ ਦਿਓ, ਜੋ ਮਰਜ਼ੀ ਕਰ ਲਓ, ਨਸ਼ੇ ਇੰਨੇ ਕਰਨ ਦੇ ਬਾਵਜੂਦ ਪੰਜਾਬ ਦਾ ਜਿਹੜਾ ਨੌਜਵਾਨ ਹੈ, ਦਿਮਾਗੀ ਤੌਰ ਦੇ ਉੱਤੇ ਆਪਣੇ ਟੀਚੇ ਤੋਂ ਤੇ ਮਰਨ ਮਾਰਨ ਦੀ ਜਿਹੜੀ ਉਹਦੇ 'ਚ ਜੁਰਤ ਹੈ, ਉਹਦੇ ਤੋਂ ਅਵੇਸਲਾ ਨਹੀਂ ਹੋਇਆ, ਉਹਦੇ ਖੂਨ 'ਚੋਂ ਗਈ ਨਹੀਂ ਹੈ ਹਲੇ। ਇਹ ਇੱਕ ਪੋਟੈਂਸ਼ੀਅਲ ਹੁੰਦਾ ਇਨਕਲਾਬ ਦਾ, ਬਗਾਵਤ ਦਾ ਪੋਟੈਂਸ਼ੀਅਲ ਹਮੇਸ਼ਾ ਰਿਹਾ, ਪੰਜਾਬ ਦੇ ਵਿੱਚ ਰਹੇਗਾ, ਕਦੇ ਨਹੀਂ ਖਤਮ ਹੋਣਾ। ਤੇ ਇਸ ਨੂੰ ਖਤਮ ਕਰਨ ਦੇ ਲਈ ਜਾਂ ਕੁਰਾਹੇ ਪਾਉਣ ਦੀ ਕੋਸ਼ਿਸ਼ ਪ੍ਰੋਪੇਗੰਡੇ ਦੇ ਜ਼ਰੀਏ ਸਰਕਾਰਾਂ ਕਰਦੀਆਂ ਨੇ। ਤੇ ਇਹ ਜਿਹੜੇ ਜਿੰਨੇ ਵੀ ਗਾਇਕ ਨੇ, ਜਿਹੜੇ ਹਥਿਆਰਾਂ ਵਾਲੇ ਗੀਤ ਗਾਉਂਦੇ ਨੇ ਜਾਂ ਇਸ ਤਰੀਕੇ ਦੇ ਗੀਤ ਗਾਉਂਦੇ ਨੇ, ਜਿਨ੍ਹਾਂ ਨੂੰ ਸਰਕਾਰ ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਗ੍ਰਿਫਤਾਰ ਨਹੀਂ ਕਰਦੀ, ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਤੇ ਉਹਨਾਂ ਲੋਕਾਂ ਦੇ ਮਗਰ ਜਿਹੜਾ ਯੂਥ ਹੈ ਉਹਦਾ ਲੱਗਣਾ ਇੱਕ ਸਹਿਜ ਵਰਤਾਰਾ ਨਹੀਂ ਹੈ। ਸੋ ਇਹ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ। ਇਹ ਖੇਡਾਂ ਜਿਹੜੀਆਂ ਹੁਣ ਕੈਚ ਦੈਮ ਯੰਗ, ਸਰਕਾਰ ਨੂੰ ਪਤਾ, ਸਾਨੂੰ ਨਹੀਂ ਪਤਾ, ਸਿਸਟਮ ਨੂੰ ਪਤਾ, ਸਾਨੂੰ ਨਹੀਂ ਪਤਾ, ਸਾਡੇ ਬਾਬੇ ਨੂੰ ਨਹੀਂ ਪਤਾ ਹੈ ਕਿ ਬੱਚੇ ਨੂੰ ਕੀ ਸਿਖਾਉਣਾ, ਪਿਓ ਨੂੰ ਨਹੀਂ ਪਤਾ, ਮਾਂ ਨੂੰ ਨਹੀਂ ਪਤਾ, ਪਰ ਉਹ ਦੱਸ ਰਿਹਾ ਕਿ ਕਿਹੜੀ ਗੇਮ ਤੁਸੀਂ ਕੰਪਿਊਟਰ ਤੇ ਜਾਂ ਆਪਣੇ ਲੈਪਟਾਪ ਤੇ ਜਾਂ ਮੋਬਾਈਲ ਫੋਨ ਦੇ ਉੱਤੇ ਖੇਡਣੀ ਹੈ। ਉਹ ਖਿਡਾ ਰਿਹਾ, ਨਚਾ ਰਿਹਾ, ਉਂਗਲਾਂ ਤੇ ਨਚਾ ਰਿਹਾ। ਇਹ ਇੱਕ ਪ੍ਰੋਪੇਗੰਡੇ ਦਾ ਦੂਸਰਾ ਰੂਪ ਹੈ। ਤੇ ਜਿਵੇਂ ਇਹ ਲੋਕ ਸਾਨੂੰ ਇੱਕ ਸੋਚੀ ਸਮਝੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਕਰ ਰਹੇ ਨੇ, ਤੇ ਭਾਰਤੀ ਪ੍ਰੋਪੇਗੰਡੇ ਦੀ ਪਹੁੰਚ ਆ ਜਿਹੜੀ ਹਮੇਸ਼ਾ ਸਿੱਖਾਂ ਦੇ ਖਿਲਾਫ ਹਮਲਾਵਰ ਵਾਲੀ ਰਹੀ ਹੈ। ਇਹ ਸਹਿਜ ਰੂਪ ਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਪ੍ਰਚਾਰਕਾਂ ਦੇ ਦ੍ਰਿਸ਼ਟੀਕੋਣ ਅਸੀਂ ਸੋਸ਼ਲ ਮੀਡੀਆ ਤੇ ਸੁਣਦੇ ਹਾਂ, ਇਹ ਪ੍ਰੋਪੇਗੰਡੇ ਦਾ ਇੱਕ ਹਿੱਸਾ। ਦੂਸਰਾ ਹਿੱਸਾ ਸਾਨੂੰ ਹਮਲਾਵਰ ਰੂਪ ਦੇ ਵਿੱਚ ਵੀ ਸਾਡੇ ਸਾਹਮਣੇ ਆਉਂਦਾ ਤੇ ਮੀਡੀਆ ਉਹਦੀ ਪਹੁੰਚ ਦੇ ਵਿੱਚ ਆ, ਉਹਦੀ ਮੁੱਠੀ ਦੇ ਵਿੱਚ ਹੈ। ਜੋ ਜਿਵੇਂ ਮੈਂ ਗੱਲ ਸ਼ੁਰੂ ਦੇ ਵਿੱਚ ਕਿਹਾ ਕਿ ਇਹ ਅਖਬਾਰ ਦਾ ਮਾਲਕ, ਟੀਵੀ ਚੈਨਲ ਦਾ ਮਾਲਕ ਤੈਅ ਕਰਦਾ ਆਪਣੇ ਆਕਾਵਾਂ ਦੇ ਜ਼ਰੀਏ ਕਿ ਉਹਦਾ ਪੱਤਰਕਾਰ ਕਿਹੋ ਜਿਹੀ ਖਬਰ ਤਿਆਰ ਕਰੇ ਤੇ ਉਹ ਖਬਰ ਲੋਕਾਂ ਦੇ ਉੱਤੇ ਕੀ ਅਸਰ ਕਰੇ। ਇਹਦੀ ਗੱਲ ਹੈ। ਹੁਣ ਗ੍ਰਿਫਤਾਰ ਮੁੰਡਿਆਂ ਦੀਆਂ ਖਬਰਾਂ 2020 ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਨੇ, ਭਾਰਤ ਦੇ ਵਿੱਚ ਦਿੱਲੀ ਪੁਲਿਸ ਨੇ ਵੀ ਗ੍ਰਿਫਤਾਰ ਕੀਤਾ, ਹੋਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਸਿੱਖ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ 2020 ਦੇ ਵਿੱਚ। ਤੇ ਉੱਥੇ ਅਸੀਂ ਦੇਖਿਆ ਕਿ ਉਹ ਖਬਰਾਂ ਵੀ ਮੀਡੀਆ ਦੇ ਵਿੱਚ ਵਾਇਰਲ ਹੋਈਆਂ। ਉਹਨਾਂ ਦਾ ਅਸਰ ਕੀ ਪਏ ਪੰਜਾਬ ਦੇ ਯੂਥ ਦੇ ਉੱਤੇ, ਇਹਦੇ ਪਿੱਛੇ ਉਹਨਾਂ ਦੀ ਉਹ ਸੋਚ ਕੰਮ ਕਰਦੀ ਹੈ। ਦੇਸ਼ ਦੇ ਵਿੱਚ ਜਿਹੜਾ ਅਸੀਂ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਉਹਦੇ 'ਚ ਬਹੁਤ ਸਾਰੀਆਂ ਵੀਡੀਓਜ਼ ਇੱਦਾਂ ਦੀਆਂ ਵਾਇਰਲ ਹੋਈਆਂ ਜਿੱਥੇ ਸਿੱਖ ਨੌਜਵਾਨਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ, ਉਹਨਾਂ ਨਾਲ ਕੁੱਟਮਾਰ ਕੀਤੀ ਗਈ ਤੇ ਸਾਨੂੰ ਦੱਸਿਆ ਗਿਆ ਕਿ ਜੇ ਤੁਸੀਂ ਭਾਰਤ ਦੇ ਵਿੱਚ ਇਸ ਤਰੀਕੇ ਨਾਲ ਵਿਚਰੋਗੇ ਤਾਂ ਤੁਹਾਡਾ ਇਹ ਹਾਲ ਕੀਤਾ ਜਾਏਗਾ। ਉਹ ਤੁਹਾਡੀ ਮਾਨਸਿਕਤਾ ਦੇ ਉੱਤੇ ਅਸਰ ਪਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਅਸੀਂ ਮੁਸਲਮਾਨ ਭਰਾਵਾਂ ਦੀਆਂ ਵੀ ਵੀਡੀਓਜ਼ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਉਹਨਾਂ ਕੋਲੋਂ ਜ਼ਬਰਦਸਤੀ ਜਿਹੜਾ ਜੈ ਸ੍ਰੀ ਰਾਮ ਦੇ ਨਾਅਰੇ ਲਵਾਏ ਜਾਂਦੇ ਨੇ, ਉਹਨਾਂ ਨੂੰ ਜ਼ਬਰਦਸਤੀ ਉੱਥੇ ਜੈ ਸ੍ਰੀ ਰਾਮ, ਜੈ ਸਿਆ ਰਾਮ ਇਹ ਕਰਵਾਇਆ ਜਾਂਦਾ ਤੇ ਉਹਨਾਂ ਤੋਂ ਡੰਡ ਬੈਠਕਾਂ ਕਢਵਾਈਆਂ ਜਾਂਦੀਆਂ ਨੇ, ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ, ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਜ਼ਲੀਲ ਕੀਤਾ ਜਾਂਦਾ ਉਹਨਾਂ ਨੂੰ। ਤੇ ਇਹ ਬਾਕੀ ਦੇ ਮੁਸਲਮਾਨਾਂ ਦੇ ਉੱਤੇ ਅਸਰ ਪਾਉਣ ਦੇ ਲਈ ਇਹਨਾਂ ਨੂੰ ਵਾਇਰਲ ਕੀਤਾ ਜਾਂਦਾ।
ਹੁਣ ਅਸੀਂ ਦੇਖਦੇ ਹਾਂ ਕਿ ਜਿਵੇਂ ਇਹ ਸਾਰੇ ਅਖਬਾਰ ਤੇ ਇਹ ਸਾਰਾ ਕੁਝ ਮੀਡੀਆ ਇਸ ਤਰੀਕੇ ਨਾਲ ਇਹ ਕੰਮ ਕਰ ਰਿਹਾ ਤਾਂ ਇਹਦੇ 'ਚ ਇੱਕ ਪਲੈਨਿੰਗ ਦੇ ਰਾਹੀਂ ਜਿਹੜਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਸਿਸਟਮ ਹੈ ਉਹ ਸਰਵਉੱਚ ਹੈ। ਤੁਸੀਂ ਸਿਸਟਮ ਤੋਂ ਬਾਹਰ ਰਹੋਗੇ ਤਾਂ ਤੁਹਾਡਾ ਇਹ ਹਾਲ ਹੋਏਗਾ ਤੇ ਉਹਦੇ 'ਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਹਮਲਾਵਰ ਹੈ ਉਹਦਾ ਰੁਖ ਕਿ ਇਹ ਜਿਹੜਾ ਸਿਸਟਮ ਹੈ ਇਹ ਸਰਵਉੱਚ ਹੈ, ਇਸ ਤੋਂ ਉੱਪਰ ਕੋਈ ਵੀ ਨਹੀਂ, ਚਾਹੇ ਕੋਈ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਰਾਸ਼ਟਰਪਤੀ ਹੈ ਜਾਂ ਕੋਈ ਰਾਸ਼ਟਰਵਾਦੀ ਹੈ ਜਾਂ ਕੋਈ ਦੇਸ਼ ਵਿਰੋਧੀ ਹੈ, ਸਾਰੇ ਇਸ ਸਿਸਟਮ ਦੇ ਵਿੱਚ ਨੇ। ਉਹਨਾਂ ਨੂੰ ਕਾਨੂੰਨ ਉਸ ਤਰੀਕੇ ਨਾਲ ਉਹਨਾਂ ਤੇ ਕਾਰਵਾਈ ਕਰੇਗਾ ਜਿਵੇਂ ਦਾ ਉਹ ਕਰ ਰਹੇ ਨੇ। ਸੋ ਉਹਦੇ ਲਈ UAPA ਬਣਾ ਦਿੱਤਾ ਉਹਨਾਂ ਨੇ। ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਲੀਕੇਜ। ਹੁਣ ਲੀਕੇਜ ਵੀ ਪ੍ਰਾਪੇਗੰਡੇ ਦੇ ਹਿਸਾਬ ਨਾਲ ਹੋਣ ਲੱਗ ਪਈ ਹੈ। ਜਿਵੇਂ ਦਾ ਪ੍ਰਾਪੇਗੰਡਾ ਉਸ ਤਰ੍ਹਾਂ ਦੀ ਲੀਕੇਜ ਹੋਊਗੀ। ਲੀਕੇਜ ਤੁਹਾਡੀ ਜੇਬ ਦੀ, ਤੁਹਾਡਾ ਪੈਸਾ ਲੀਕ ਹੋਣ ਲੱਗ ਪਿਆ, ਖਾਸ ਕਰਕੇ NRI ਭਰਾਵਾਂ ਦਾ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਵੈਸੇ ਤਾਂ ਇਹ ਗੱਲ ਸਾਬਤ ਹੈ ਕਿ ਸਿੱਖ ਨੇ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਦਾਨੀ ਨੇ। ਆਪ ਭਾਵੇਂ ਟਰੱਕ ਚਲਾਉਂਦੇ ਨੇ, ਭਾਵੇਂ ਕੋਈ ਵੱਡੇ ਬਿਜ਼ਨਸਮੈਨ ਨੇ ਜਾਂ ਛੋਟੇ ਬਿਜ਼ਨਸਮੈਨ ਨੇ, ਆਪ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਦੂਜੇ ਨੂੰ ਦੇਖੀ ਜਾਣਗੇ ਵੀ ਤੂੰ ਰੋਟੀ ਖਾਧੀ, ਤੂੰ ਖਾਂਦਾ ਕਿਉਂ ਨਹੀਂ ਰੋਟੀ। ਇਹ ਕਹਾਵਤ ਹੈ ਪੰਜਾਬੀਆਂ ਬਾਰੇ ਤੇ ਇਹ ਗੱਲ ਸੱਚੀ ਵੀ ਹੈ ਤੇ ਉਹ ਸਭ ਤੋਂ ਵੱਡੇ ਦਾਨੀ ਨੇ। ਤੇ ਅਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਰਾਹੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਦੇ ਵਿੱਚੋਂ ਕਿਵੇਂ ਝਾੜੂ ਮਾਰ ਕੇ ਪੈਸਾ ਇਕੱਠਾ ਕਰਕੇ ਲੈ ਕੇ ਗਏ ਉਹ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ। ਤੇ ਉਸ ਤੋਂ ਬਾਅਦ ਦੱਸਿਆ ਕਿ ਸਕੂਲਾਂ ਦੀ ਦਸ਼ਾ ਠੀਕ ਨਹੀਂ ਜੀ। NRI ਭਰਾ ਆਪਣੇ ਆਪਣੇ ਪਿੰਡ ਦੇ ਸਕੂਲਾਂ ਦਾ ਖਿਆਲ ਰੱਖਣ। ਉਹਦੇ 'ਚ ਉਹਨਾਂ ਨੇ ਵਰਦੀਆਂ ਦਿੱਤੀਆਂ, ਬੱਚਿਆਂ ਦੀਆਂ ਫੀਸਾਂ ਵੀ ਭਰੀਆਂ, ਚਗਾਠਾਂ ਤਖਤੇ ਬਦਲਾਤੇ, ਕਮਰੇ ਪਵਾਤੇ, ਸਕੂਲਾਂ ਦੇ ਪੱਖੇ ਲਵਾਤੇ, ਕਈਆਂ ਨੇ AC ਲਵਾਤੇ, ਉੱਥੇ ਕੰਪਿਊਟਰ ਲੈਤੇ, ਸਾਰਾ ਕੁਝ ਕਰਤਾ ਤੇ ਗਲੀਆਂ ਨਾਲੀਆਂ ਵੀ ਬਣਵਾਤੀਆਂ। ਹੁਣ ਇਹ ਕੰਮ ਤੁਹਾਡਾ ਹੀ ਹੈ, NRIਆਂ ਦਾ ਥੋੜਾ। ਇਹ ਕੰਮ ਸਰਕਾਰ ਦਾ ਤੇ ਪ੍ਰਾਪੇਗੰਡੇ ਦੇ ਜ਼ਰੀਏ ਤੁਹਾਡੇ ਤੋਂ ਕੰਮ ਲੈ ਗਈ ਉਹ। ਧਿਆਨ ਦੇਣ ਵਾਲੀ ਗੱਲ ਹੈ। ਹੁਣ ਨਵਾਂ ਇੱਕ ਕੰਮ ਸ਼ੁਰੂ ਹੋਇਆ, ਉਹਦੇ 'ਚ ਤਾਂ ਗਰੀਬਾਂ ਦੇ ਘਰ ਪਵਾਉਣ ਲੱਗ ਪਏ, ਗਰੀਬਾਂ ਦੇ ਘਰ ਪਵਾਉਣ ਲੱਗ ਪਏ ਤੇ ਇਹਦੇ 'ਚ ਪੰਜਾਬ ਪੁਲਿਸ ਦੀ ਐਂਟਰੀ ਹੋ ਗਈ ਇਸ ਸਾਰੇ ਕੰਮ ਦੇ ਵਿੱਚ, ਇਹਨਾਂ ਸੰਸਥਾਵਾਂ ਦੇ ਵਿੱਚ, ਤੇ ਉਹ ਸਿੱਧੇ ਪੈਸੇ ਆਪਣੇ ਅਕਾਊਂਟ ਦੇ ਵਿੱਚ ਮੰਗਵਾਉਣ ਲੱਗ ਪਏ। ਇਹ ਲੀਕੇਜ ਹੋ ਰਹੀ ਹੈ ਤੁਹਾਡੀ। ਜੇ ਇਹ ਪੈਸਾ ਅਸੀਂ ਦੇਖਦੇ ਹਾਂ ਕਿ ਇਹ ਪੈਸਾ ਜਿਹੜਾ ਹੈ ਜੇ ਸਹੀ ਤਰੀਕੇ ਨਾਲ ਪੰਜਾਬ ਦੀ ਆਜ਼ਾਦੀ ਲਈ ਖਰਚਿਆ ਜਾਵੇ, ਕਿਉਂਕਿ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਕਿ ਜੜ ਹੈ ਜਿਹੜੀ ਸਾਰੇ ਕੰਮਾਂ ਦੀ ਉਹ ਆਜ਼ਾਦੀ ਦੇ ਪਿੱਛੇ ਲੁਕੀ ਹੋਈ ਹੈ। ਕਿ ਜਦੋਂ ਤੱਕ ਤੁਸੀਂ ਆਜ਼ਾਦ ਨਹੀਂ ਹੋ ਉਦੋਂ ਤੱਕ ਤੁਹਾਡਾ ਪਾਣੀ ਵੀ ਲੁੱਟਿਆ ਜਾਏਗਾ, ਤੁਹਾਡੀ ਭਾਸ਼ਾ ਵੀ ਤੁਹਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾਏਗੀ, ਤੁਹਾਡੇ ਗੁਰਦੁਆਰਿਆਂ ਦੇ ਉੱਤੇ, ਤੁਹਾਡੇ ਲੰਗਰਾਂ ਦੇ ਉੱਤੇ ਉਹਦੀ ਨਜ਼ਰ ਹੋਏਗੀ। ਤੁਹਾਡੀ ਜਿਹੜੀ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਤੁਹਾਡੀ ਜੁੱਤੀ ਲਾ ਕੇ ਤੁਹਾਡੇ ਸਿਰ ਹੀ ਮਾਰੀ ਜਾਏਗੀ। ਤੁਹਾਡੇ ਪੈਸੇ ਨਾਲ ਹੀ ਤੁਹਾਡਾ ਜਿਹੜਾ ਤੁਹਾਡੇ ਖਿਲਾਫ ਪ੍ਰਾਪੇਗੰਡਾ ਉਹ ਲੋਕਾਂ ਦੇ ਵਿੱਚ ਫੈਲਾਇਆ ਜਾਏਗਾ, ਤੁਹਾਡੇ ਪੈਸੇ ਨਾਲ ਹੀ। ਤੁਹਾਡੇ ਮੁੰਡਿਆਂ ਨੂੰ ਹੀ ਤੁਹਾਡੇ ਪੈਸੇ ਨਾਲ ਤਨਖਾਹ ਦੇ ਕੇ ਉਹਨਾਂ ਨੂੰ ਨੌਕਰੀਆਂ ਤੇ ਰੱਖ ਕੇ ਸਾਈਬਰ ਸੈੱਲਾਂ ਦੇ ਵਿੱਚ ਉਹਨਾਂ ਕੋਲੋਂ ਹੀ ਤੁਹਾਡੇ ਖਿਲਾਫ ਕੰਮ ਕਰਵਾਇਆ ਜਾਏਗਾ। ਤੇ ਇਹ ਜਿਹੜਾ ਕੰਮ ਸਰਕਾਰ ਨੇ ਪਿੰਡਾਂ ਦੇ ਸਕੂਲਾਂ ਦਾ, ਪਿੰਡਾਂ ਦੀਆਂ ਗਲੀਆਂ ਨਾਲੀਆਂ, ਸੜਕਾਂ ਦਾ ਜਾਂ ਲੋਕਾਂ ਦੇ ਘਰ ਪਵਾਉਣ ਦਾ ਕਰਨਾ ਸੀ, ਉਹ ਤੁਸੀਂ ਕਰਵਾਉਣ ਲੱਗ ਪਏ ਤੇ ਉਹਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈ ਸਰਕਾਰ ਦੇ ਕੋਲ ਪਹੁੰਚਦਾ। ਤੇ ਇਹ ਤਾਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਸੀ ਉਹ ਨੰਗੇ ਹੋ ਗਏ, ਪਤਾ ਲੱਗ ਗਿਆ ਉਹਨਾਂ ਦਾ, ਸਮੇਂ ਸਿਰ ਪਤਾ ਲੱਗ ਗਿਆ ਤੇ ਇਹ ਗੱਲ ਨੰਗੀ ਹੋ ਗਈ ਤੇ ਸਾਰਾ ਕੁਝ ਸਾਹਮਣੇ ਆ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦੇ ਜਿਹੜੇ ਮੁੰਡਿਆਂ ਨੇ, ਨੌਜਵਾਨਾਂ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ, ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਦੇ ਲਈ ਸਿੱਖ ਸੰਘਰਸ਼ ਦੇ ਵਿੱਚ ਸ਼ਹਾਦਤਾਂ ਦਿੱਤੀਆਂ, ਸ਼ਹੀਦ ਹੋਏ, ਕੋਹ ਕੇ ਸ਼ਹੀਦ ਕੀਤੇ ਗਏ, ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਫੰਡ ਇਕੱਠਾ ਕੀਤਾ ਗਿਆ ਇੱਥੇ। ਤੇ ਫੀਨਿਕਸ ਦੇ ਵਿੱਚ ਇੱਕ ਬੰਦਾ ਜਿਹੜਾ ਪੁਲਿਸ ਦਾ ਅਫਸਰ ਆ, ਉਮਰਾ ਨੰਗਲ, ਉਹਦਾ ਦੋਸਤ ਆ ਉਹਨੇ ਕਈ ਵਾਰ ਪਟਿਆਲਾ, ਲੁਧਿਆਣਾ ਜ਼ਿਲ੍ਹੇ ਦੇ ਜਿਹੜੇ ਸ਼ਹੀਦ ਹੋ ਚੁੱਕੇ ਜੁਝਾਰੂ ਨੇ ਉਹਨਾਂ ਦੇ ਨਾਮ ਦੇ ਉੱਤੇ ਫੰਡ ਇਕੱਠਾ ਕੀਤਾ, ਲੱਖਾਂ ਡਾਲਰ ਇਕੱਠੇ ਕੀਤੇ ਤੇ ਉਹ ਬੰਦਾ ਰਹਿ ਰਿਹਾ ਉੱਥੇ। ਆਉਣ ਵਾਲੇ ਦਿਨਾਂ 'ਚ ਉਹਦਾ ਨਾਮ ਦੱਸਾਂਗੇ ਤੇ ਹੋਰ ਵੀ ਅਸੀਂ ਲੋਕਾਂ ਦਾ ਨਾਮ ਦੱਸਾਂਗੇ ਜਿਹੜੇ ਇੱਥੇ ਇਹ ਕਾਰਜ ਕਰ ਰਹੇ ਨੇ। ਸੋ
ਸਰਕਾਰ ਦੀ ਕੋਸ਼ਿਸ਼ ਹੈ, ਪ੍ਰਾਪੇਗੰਡੇ ਦੀ ਕੋਸ਼ਿਸ਼ ਹੈ ਇਸ ਦੀ ਕਿ ਖਾਲਿਸਤਾਨ ਜਾਂ ਪੰਜਾਬ ਦੀ ਆਜ਼ਾਦੀ ਨੂੰ ਜਿਹੜਾ ਲਈ ਲੋਕ ਭੁੱਖੇ ਪਾਣੇ ਲੱਗੇ ਹੋਏ ਨੇ, ਕੰਮ ਕਰ ਰਹੇ ਨੇ, ਉਹਨਾਂ ਤੱਕ ਪੈਸਾ ਨਾ ਪਹੁੰਚੇ, ਲੋਕਾਂ ਨੂੰ ਸੋਚਣ ਦਾ ਮੌਕਾ ਹੀ ਨਾ ਮਿਲੇ। ਲੋਕਾਂ ਨੂੰ ਹਰ ਵਾਰ ਇਹ ਨਾਅਰਾ ਦੇ ਦਿਓ, 5 ਸਾਲ ਬਾਅਦ ਉਹ 2 ਸਾਲ ਲਈ ਉਸ ਨਾਅਰੇ ਦੇ ਉੱਤੇ ਚੱਲਦੇ ਰਹਿੰਦੇ ਨੇ ਕਿ ਇਸ ਵਾਰ ਤਾਂ ਪੰਜਾਬ ਦੀ ਸਿਆਸਤ ਬਦਲ ਦੇਣੀ ਹੈ, ਕਿ ਪਿਛਲੀ ਵਾਰ ਤਾਂ ਬਸ ਥੋੜੀ ਜਿਹੀ ਚੂਕ ਰਹਿ ਗਈ, ਥੋੜੀ ਜਿਹੀ ਗਲਤੀ ਹੋ ਗਈ, ਲੋਕਾਂ ਨੇ ਸਾਥ ਨਹੀਂ ਦਿੱਤਾ, ਵੋਟਾਂ ਨਹੀਂ ਪਾਈਆਂ ਹੈਗੀਆਂ, ਇਸ ਵਾਰੀ ਤਾਂ ਪੰਜਾਬ ਦੀ ਸਿਆਸਤ ਬਦਲ ਦਾਂਗੇ। ਸ਼ਰਾਬ ਪੀਣ ਵਾਲਿਆਂ ਨੂੰ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਪ੍ਰਚਾਰਿਆ ਜਾ ਰਿਹਾ ਕਿ ਅਗਲਾ ਮੁੱਖ ਮੰਤਰੀ ਹੈ। ਅਮਲੀਆਂ ਨੂੰ ਮੁੱਖ ਮੰਤਰੀ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ, ਉਹ ਕਹਿੰਦਾ ਕਿ ਮੈਂ ਅਗਲਾ ਮੁੱਖ ਮੰਤਰੀ। ਸੋ ਇੱਥੋਂ ਦੇ ਜਿਹੜੇ ਸਫਲ ਤੇ ਸਥਾਪਿਤ ਪ੍ਰਵਾਸੀ ਨੇ, ਉਹ ਉਸ ਪ੍ਰਾਪੇਗੰਡੇ ਨੂੰ ਸਿੱਧੇ ਤੌਰ ਤੇ ਕਬੂਲ ਕਰ ਰਹੇ ਨੇ, ਉਹਦਾ ਹਿੱਸਾ ਬਣ ਰਹੇ ਨੇ, ਆਪ ਹਿੱਸਾ ਪਾ ਰਹੇ ਨੇ ਉਹਦੇ 'ਚ, ਉਸ ਪ੍ਰਾਪੇਗੰਡੇ ਦੇ ਵਿੱਚ ਕੋਲੋਂ ਪੈਸੇ ਖਰਚ ਕਰਕੇ ਉਹਨਾਂ ਦੇ ਪੇਜ ਚਲਾ ਰਹੇ ਨੇ, ਉਹਨਾਂ ਦੇ ਇਸ਼ਤਿਹਾਰ ਬਣਵਾ ਰਹੇ ਨੇ, ਤੇ ਉਹ ਦੱਸ ਰਹੇ ਨੇ ਕਿ ਇਸ ਵਾਰ ਤਾਂ ਅਸੀਂ ਬਦਲ ਦਾਂਗੇ, ਇਸ ਵਾਰ ਰਾਜ ਆਪਣਾ ਆਊਗਾ, ਕਰ ਲਿਓ ਰਾਜ ਤੁਸੀਂ। ਇੱਕ ਬੰਦਾ $1.5 ਮਿਲੀਅਨ ਦੇ ਕੇ ਨਿਊਯਾਰਕ ਦਾ, ਸਿਰਫ ਉਹਦੇ ਅੱਲੇ ਪੱਲੇ ਕੇਜਰੀਵਾਲ ਨੂੰ ਉਹਨੇ $1.5 ਮਿਲੀਅਨ ਆਪਣੇ ਪੱਲਿਓਂ ਦਿੱਤਾ, ਤੇ ਸਿਰਫ ਉਹਨੂੰ ਉਹ ਗੱਡੀ 'ਚ ਘੁਮਾ ਦਿੰਦਾ ਉੱਥੇ ਜਾ ਕੇ 4 ਗਨਮੈਨ ਦੇ ਕੇ। ਸੋ ਇਹ ਕੁਛ ਉਹਨਾਂ ਨੂੰ ਹਾਸਲ ਹੋਣਾ, ਇਹ ਤੁਸੀਂ ਧਿਆਨ ਦੇ ਲਿਓ। ਵੈਸਟਰਨ ਯੂਨੀਅਨ ਤੇ ਮਨੀਗ੍ਰਾਮ ਦੇ ਜ਼ਰੀਏ ਜਿਹੜੀਆਂ 1 ਨੰਬਰ ਦੇ ਵਿੱਚ ਬਿਲਕੁਲ ਸਾਫ਼ ਤੇ ਸੁੱਚੀਆਂ ਟ੍ਰਾਂਜੈਕਸ਼ਨਸ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਯੂਰਪ ਤੋਂ ਪੰਜਾਬ ਦੇ ਲਈ, ਉਹ 1 ਨੰਬਰ ਦੇ ਵਿੱਚ ਉਹ ਲੱਖਾਂ ਡਾਲਰ ਬਣਦੇ ਨੇ ਪ੍ਰਤੀ ਸਾਲ। ਉਹਨਾਂ ਦਾ ਉਹ ਡਾਟਾ ਐਨਾਲਾਈਜ਼ ਕਰਦੇ ਨੇ। ਉਹ ਕਹਿੰਦੇ ਕਿ ਜੇ ਇਹ ਦਾਨ ਦਾ ਹੀ ਇੰਨੇ ਲੱਖਾਂ ਡਾਲਰ ਹੈ ਤਾਂ ਕੀ ਅਸੀਂ ਇਸ ਨੂੰ ਕੰਟਰੋਲ ਨਹੀਂ ਕਰ ਸਕਦੇ? ਅਸੀਂ ਸਰਕਾਰੀ ਖਜ਼ਾਨੇ 'ਚ ਨਹੀਂ ਪਾ ਸਕਦੇ? ਅਸੀਂ ਆਪਣੇ ਲੋਕਾਂ ਨੂੰ ਅੱਗੇ ਨਹੀਂ ਕਰ ਸਕਦੇ? ਜਿਹੜੇ ਪੰਥ ਵਿਰੋਧੀ ਨੇ ਜਾਂ ਜਿਨ੍ਹਾਂ ਨੇ ਸਿੱਖੀ ਨੂੰ ਢਾਹ ਲਾਉਣੀ ਹੈ ਜਾਂ ਜਿਨ੍ਹਾਂ ਨੇ ਸਿੱਖੀ ਨੂੰ ਖਤਮ ਕਰਨ ਦਾ ਇੱਕ ਨਿਸ਼ਚਾ ਕੀਤਾ ਹੋਇਆ, ਅਸੀਂ ਉਹਨਾਂ ਲੋਕਾਂ ਨੂੰ ਅੱਗੇ ਨਹੀਂ ਕਰ ਸਕਦੇ? ਤੇ ਉਹ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਡਾਟਾ ਐਨਾਲਾਈਜ਼ ਕਰ ਚੁੱਕੇ ਨੇ। ਐਸੇ ਦੇ ਤਹਿਤ ਉਹਨਾਂ ਨੇ ਆਹ ਜਿਹੜੇ ਕੁਝ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਜ਼ਰੀਏ ਅੱਗੇ ਕੀਤੇ ਨੇ, ਸੰਸਥਾਵਾਂ ਬਣਾਈਆਂ ਨੇ, ਇਹ ਨੰਗੇ ਹੋ ਗਏ। ਉਹ ਇਸ ਡਾਟਾ ਐਨਾਲਾਈਜ਼ ਕਰਨ ਤੋਂ ਬਾਅਦ ਹੀ ਉਹਨਾਂ ਨੇ ਇਹ ਸੰਸਥਾਵਾਂ ਬਣਾਈਆਂ ਨੇ। ਹਾਲੇ ਤਾਂ 2-4 ਲੋਕ ਜਿਹੜੇ ਹੈ ਨੇ ਸਾਹਮਣੇ ਆਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਹੋਰ ਲੋਕ ਸਾਹਮਣੇ ਆ ਸਕਦੇ ਨੇ, ਇਹ ਸਾਨੂੰ ਧਿਆਨ ਦੇਣਾ ਪਏਗਾ। ਸੋ ਇਹ ਜਿਹੜੀਆਂ ਵੈਸਟਰਨ ਯੂਨੀਅਨ ਤੇ ਮਨੀਗ੍ਰਾਮ ਦੀਆਂ ਟ੍ਰਾਂਜੈਕਸ਼ਨਸ ਨੇ, ਕੱਲੀਆਂ ਇਹ ਅਸੀਂ ਦੇਖਦੇ ਹਾਂ ਕਿ ਲੱਖਾਂ ਡਾਲਰਾਂ ਦੇ ਰੂਪ ਦੇ ਵਿੱਚ ਹਰ ਸਾਲ ਜਿਹੜਾ ਪੈਸਾ ਉੱਥੇ ਜਾਂਦਾ ਉਹਨਾਂ ਨੂੰ, ਤੇ ਇਹਦਾ 5-10% ਖਰਚ ਕਰਕੇ ਬਾਕੀ ਦਾ ਜਿਹੜਾ ਹੈ ਉਹ ਲੋਕ ਆਪਣੀ ਅਯਾਸ਼ੀ ਦੇ ਵਿੱਚ ਜਿਹੜਾ ਹੈ ਉਹ ਖਰਚ ਕਰਦੇ ਨੇ। ਪ੍ਰਾਪੇਗੰਡਾ ਤੇ ਵਿਵਾਦ ਜਿਹੜਾ ਹੈ ਨਾ, ਉਹ ਆਪਸ ਦੇ ਵਿੱਚ ਜੁੜਿਆ ਹੋਇਆ ਹੈ। ਕਿਹੜਾ ਸਿੱਖ ਲੀਡਰ ਹੈ ਜਿਹਦੇ ਬਾਰੇ ਕੋਈ ਵਿਵਾਦ ਨਾ ਹੋਵੇ? ਕਿਹੜਾ ਸਿੱਖ ਪੱਤਰਕਾਰ ਹੈ, ਇਨਕਲੂਡਿੰਗ ਮੇਰੇ, ਅਸੀਂ ਸਾਰੇ ਉਸ ਦਾ ਹਿੱਸਾ ਵਿਵਾਦਾਂ ਦਾ ਤੇ ਪ੍ਰਾਪੇਗੰਡੇ ਦਾ। ਤੇ ਜਿੱਥੇ ਮੈਂ ਅੱਜ ਇਸ ਦੇ ਬਾਰੇ ਸੂਈ ਤੁਹਾਡੇ ਤੇ ਰੱਖੀ ਹੈ, ਮੈਂ ਉੱਥੇ ਆਪਣੇ ਆਪ ਨੂੰ ਵੀ ਇਹਦਾ ਹਿੱਸਾ ਮੰਨਦਾ ਕਿ ਅਸੀਂ ਵੀ ਕਦੇ ਨਾ ਕਦੇ ਭੁੱਲ ਚੁੱਕ ਦੇ ਵਿੱਚ ਉਸ ਪ੍ਰਾਪੇਗੰਡੇ ਦਾ ਹਿੱਸਾ ਬਣੇ ਤੇ ਉਹਦੇ ਤਹਿਤ ਅਸੀਂ ਵੀ ਕੁਝ ਗੱਲਾਂ ਕੀਤੀਆਂ ਹੋਣਗੀਆਂ। ਤੇ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਇੱਕ ਇਹੋ ਜਿਹੀ ਲਹਿਰ ਹੈ ਜਿਹਦੇ ਬਾਰੇ ਸਰਕਾਰ ਨੈਗੇਟਿਵ ਪ੍ਰਾਪੇਗੰਡਾ ਕਰਨ ਦੇ ਵਿੱਚ ਫੇਲ ਹੋਈ ਹੈ। ਭਾਰਤੀ ਮੀਡੀਆ ਦੇ ਵਿੱਚ ਤਾਂ ਉਹਦੇ ਖਿਲਾਫ ਪ੍ਰਾਪੇਗੰਡਾ ਕੀਤਾ ਜਾ ਰਿਹਾ, ਪਰ ਸਿੱਖਾਂ ਦੇ ਵਿੱਚ ਉਹਦੇ ਬਾਰੇ ਕੋਈ ਸਵਾਲ ਹਾਲੇ ਤੱਕ ਵੱਡਾ ਜਿਹੜਾ ਹੈ ਸਾਹਮਣੇ ਨਹੀਂ ਆਇਆ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਤੇ ਕਰੋੜਾਂ ਰੁਪਈਆ ਖਰਚ ਕਰਨ ਦੇ ਬਾਵਜੂਦ ਸਰਕਾਰ ਉਹਦਾ ਤੋੜ ਨਹੀਂ ਲੱਭ ਸਕੀ। ਉਹ ਕੀ ਹੈ, ਲਹਿਰ ਕੀ ਹੈ? ਉਹ ਰੈਫਰੈਂਡਮ 2020 ਹੈ। ਸਵਾਲ ਸਿੱਖਾਂ ਵੱਲੋਂ ਹੀ ਕੀਤੇ ਗਏ, ਜੀਕੇ ਵਰਗਿਆਂ ਨੇ ਕੀਤੇ, ਕੁਝ ਹੋਰਾਂ ਨੇ ਕੀਤੇ। ਉਹ ਜਲਦੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਕਿਹੜਾ ਬੰਦਾ ਕਿਹੜੇ ਪਾਲੇ 'ਚ ਤੇ ਕਿਹਦੀ ਪਿੱਠ ਪੂਰਤੀ ਕਰਦਾ ਤੇ ਉਹਦੇ ਪਿੱਛੇ ਕਿਹੜੀ ਤਾਕਤ ਆ ਜਿਹੜੀ ਉਹਨੂੰ ਥਾਪੜਾ ਦੇ ਰਹੀ ਹੈ। ਇਹ ਜਲਦੀ ਪਤਾ ਲੱਗ ਜਾਂਦਾ, ਕਿਉਂਕਿ ਸਰਕਾਰ ਜਿਹੜਾ ਕਾਰਜ ਕਰ ਰਹੀ ਹੈ, ਜੇ ਉਹੋ ਹੀ ਕਾਰਜ ਉਹਦੇ ਨਾਲ ਮਿਲਦਾ ਜੁਲਦਾ ਕਾਰਜ ਕੋਈ ਹੋਰ ਬੰਦਾ ਕਰੇਗਾ, ਸਾਨੂੰ ਪਤਾ ਲੱਗ ਜਾਊਗਾ ਕਿ ਉਹਦੇ ਵੱਲ ਖੜਾ, ਸਪਸ਼ਟ ਹੋ ਜਾਂਦਾ। ਹੁਣ ਇਹ ਸਵਾਲ ਤਾਂ ਸਾਡੇ ਮਨ ਦੇ ਵਿੱਚ ਵੀ ਆਏ ਸੀ, ਮੇਰੇ ਮਨ ਦੇ ਵਿੱਚ ਵੀ ਆਏ ਸੀ ਵੀ ਇਹ ਸੰਭਵ ਕਿਵੇਂ ਹੈ ਯਾਰ, ਇਹ ਹੋ ਕਿਵੇਂ ਸਕਦਾ?
ਰੈਫਰੈਂਡਮ 2020 ਇਹ ਇੱਕ ਮਾਤਰ ਸਵਾਲ ਹੈ ਬਸ। ਇਸ ਤੋਂ ਵੱਧ ਸਵਾਲ ਨਹੀਂ ਆਏ ਕਿਸੇ ਦੇ ਮਨ ਦੇ ਵਿੱਚ, ਕਿਉਂਕਿ ਜਿਸ ਤਰੀਕੇ ਨਾਲ ਇਸ ਲਹਿਰ ਨੇ ਆਪਣੇ ਆਪ ਤੇ ਇਹਨਾਂ ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਮਿਹਨਤ ਕਰਕੇ ਦਿਨ ਰਾਤ ਕੰਮ ਕਰਕੇ ਇਸ ਨੂੰ ਇਸ ਪੱਧਰ ਤੱਕ ਪਹੁੰਚਾਇਆ, ਉਹਦਾ ਹਾਲੇ ਤੱਕ ਸਰਕਾਰ ਨੂੰ ਜਾਂ ਵਿਰੋਧੀਆਂ ਨੂੰ ਜਾਂ ਦੁਸ਼ਮਣ ਨੂੰ ਤੋੜ ਨਹੀਂ ਮਿਲਿਆ। ਉਹਦੇ ਤੇ ਵੱਡਾ ਸਵਾਲ ਨਹੀਂ ਕੋਈ ਖੜਾ ਕਰ ਸਕੇ। ਉਹ ਸਿਰਫ ਸਾਡਾ ਆਪਣਾ ਸਵਾਲ ਆ ਉਹ, ਜਿਹਦਾ ਮੈਂ ਜ਼ਿਕਰ ਕੀਤਾ ਕਿ ਹੋਊਗਾ ਕਿਵੇਂ, ਉਹਦੇ ਤੇ ਉਹ ਲਗਾਤਾਰ ਜਵਾਬ ਵੀ ਦੇ ਰਹੇ ਨੇ। ਸੋ ਉਸ ਨੂੰ ਬਦਨਾਮ ਕਰਨ ਦੇ ਲਈ ਭਾਰਤੀ ਮੀਡੀਆ ਦੇ ਵਿੱਚ ਕਿ ਜੀ ਇਹ ਅੱਤਵਾਦੀ ਲਹਿਰ ਹੈ, ਬਿਨਾਂ ਬੰਦੂਕ ਤੋਂ, ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਤੋਂ, ਉਂਗਲ ਟੱਚ ਕੀਤੇ ਤੋਂ ਬਿਨਾਂ ਕੋਈ ਜਿਹੜਾ ਹੈ ਉਹ ਮਤਲਬ ਉਹ ਕਿਵੇਂ ਹੋ ਸਕਦਾ। ਸੋ ਅਸੀਂ ਇਸ ਗੱਲ ਬਾਰੇ ਦੇਖਦੇ ਹਾਂ ਕਿ ਅੱਤਵਾਦੀ ਗਰਦਾਨ ਦੇਣਾ ਕਿਸੇ ਵੀ ਲਹਿਰ ਨੂੰ, ਇਹ ਉਹਦਾ ਖਾਸਾ, ਭਾਰਤੀ ਪ੍ਰਾਪੇਗੰਡੇ ਦਾ ਖਾਸਾ ਹੈ। ਇਹ ਉਹ ਕਿਸੇ ਨੂੰ ਵੀ ਅੱਤਵਾਦੀ ਕਹਿ ਸਕਦੀ ਹੈ, ਸਿੱਖਾਂ ਨੂੰ ਖਾਸ ਕਰਕੇ। ਹਿੰਦੂ ਕਤਲ ਕਰੇ, ਹਿੰਦੂ ਰਾਸ਼ਟਰ ਦੀ ਗੱਲ ਕਰੇ, ਕੋਈ ਹੋਰ ਸਟੇਟ ਜਿਹੜੀ ਹੈ ਭਾਰਤ ਦੇ ਵਿੱਚ ਭਾਰਤ ਨਾਲੋਂ ਵੱਖ ਹੋਣ ਦੀ ਗੱਲ ਕਰੇ, ਉਹ ਅੱਤਵਾਦੀ ਨਹੀਂ ਹੈ। ਨਾਗਾਲੈਂਡ ਦੇ ਵਿੱਚ ਸੰਘਰਸ਼ ਚੱਲ ਰਿਹਾ, ਅਸਾਮ ਦੇ ਵਿੱਚ ਸੰਘਰਸ਼ ਚੱਲ ਰਿਹਾ, ਮਾਓਵਾਦੀ ਸੰਘਰਸ਼ ਚੱਲ ਰਿਹਾ, ਉਹ ਅੱਤਵਾਦੀ ਨਹੀਂ ਨੇ। ਉਹਨਾਂ ਨੂੰ ਸਿਰਫ ਨੈਕਸਲਾਈਟ ਜਾਂ ਮਾਓਵਾਦੀ ਕਿਹਾ ਜਾਂਦਾ, ਉਹਨਾਂ ਨੂੰ ਕਦੇ ਮਾਓਵਾਦੀ ਟੈਰਰਿਸਟ ਨਹੀਂ ਕਿਹਾ ਜਾਂਦਾ। ਸਿੱਖ ਸਿਰਫ ਵੋਟ ਦੀ ਗੱਲ ਕਰੇ ਉਹ ਅੱਤਵਾਦੀ ਹੋ ਜਾਂਦਾ, ਉਹ ਦੇਸ਼ ਵਿਰੋਧੀ ਹੋ ਜਾਂਦਾ, ਉਹਦੇ ਤੇ UAPA ਲਾ ਦਿੱਤਾ ਜਾਂਦਾ। ਇਹ ਫਰਕ ਹੈ, ਇਹ ਵਖਰੇਵਾਂ, ਇਹ ਪ੍ਰਾਪੇਗੰਡਾ ਹੈ। ਤੇ ਉਹ ਸਾਰਾ ਭਾਰਤੀ ਮੀਡੀਆ, ਕੌਮਾਂਤਰੀ ਪੱਧਰ ਤੇ ਜਿਹੜੇ ਮੀਡੀਆ ਹਾਊਸ ਨੇ, ਉਹਨਾਂ ਨੂੰ ਪੈਸੇ ਦੇਣ ਤੱਕ ਜਾਂਦਾ। ਕਿੰਨੇ ਲੋਕਾਂ ਦੀ ਜਿਹੜੀ ਰੋਟੀ ਹੈ ਸਿੱਖ ਵਿਰੋਧੀ ਗੱਲਾਂ ਕਰਕੇ, ਕਿੰਨੇ ਵੱਡੇ ਵੱਡੇ ਘਰਾਣਿਆਂ ਦੀ ਜਿਹੜੀ ਰੋਟੀ ਹੈ ਸਿੱਖ ਵਿਰੋਧੀ, ਸਿੱਖ ਕਾਜ ਦੇ ਵਿਰੋਧੀ ਗੱਲਾਂ, ਖਾਲਸਾ ਰਾਜ ਦੀਆਂ ਵਿਰੋਧੀ ਗੱਲਾਂ ਕਰਨ ਕਰਕੇ ਚੱਲ ਰਹੀ ਹੈ ਇਸ ਟਾਈਮ। ਸੋ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਲੀਡਰਾਂ ਨੇ ਸਰਕਾਰੀ ਜਿਹੜੀ ਧਿਰ ਆ ਉਹਦਾ ਹਿੱਸਾ ਬਣ ਕੇ ਇਸ ਪ੍ਰਾਪੇਗੰਡੇ ਦੇ ਵਿੱਚ ਹਿੱਸਾ ਲਿਆ। ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਉਹ ਕਿਵੇਂ ਉਸ ਅਹੁਦੇ ਤੱਕ ਪਹੁੰਚੇ, ਕਿਵੇਂ ਉਹਨਾਂ ਨੇ ਕੀ ਗੱਲਾਂ ਕਿਹੜੇ ਕਿਹੜੇ ਸਮੇਂ ਦੇ ਉੱਤੇ ਕੀਤੀਆਂ, ਉਹ ਰਾਮ ਰੌਲਾ ਸਾਰਾ। ਪਰ ਇੱਕ ਗੱਲ ਉਹਨਾਂ ਦੀ ਕਹੀ ਹੋਈ ਉਹ ਵੀ ਕੋਟ ਬਣ ਜਾਣੀ ਹੈ, ਜਿਵੇਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਬਣੀ ਨਾ ਕਿ ਸਰੀਰ ਦੇ ਮਰਨੇ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਉਸੇ ਤਰੀਕੇ ਨਾਲ ਉਹ ਜਥੇਦਾਰ ਦੀ ਇੱਕ ਗੱਲ ਕੋਟ ਬਣ ਜਾਣੀ ਹੈ ਕਿ ਦੁਨੀਆ ਦਾ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਬਾਕੀ ਰਾਮ ਰੌਲਾ ਸਾਰਾ, ਰਾਮ ਰੌਲਾ ਜਿਹੜਾ ਉਹ ਪ੍ਰਾਪੇਗੰਡਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋਊਗਾ। ਪਰ ਅਸੀਂ ਉਸ ਵੱਲ ਜਿਹੜਾ ਹੈ, ਮੈਂ ਉਸ ਵੱਲ ਧਿਆਨ ਨਹੀਂ ਦਊਂਗਾ, ਅਸੀਂ ਧਿਆਨ ਨਹੀਂ ਦੇਣਾ। ਇਹ ਭਵਿੱਖ 'ਚ ਹੋ ਕੀ ਸਕਦਾ, ਅਸੀਂ ਇਸ ਪ੍ਰਾਪੇਗੰਡੇ ਨਾਲ ਲੜ ਕਿਵੇਂ ਸਕਦੇ ਹਾਂ, ਅਸੀਂ ਇਸ ਦਾ ਜਵਾਬ ਕਿਵੇਂ ਦੇ ਸਕਦੇ ਹਾਂ, ਅਸੀਂ ਕਦੇ ਨਹੀਂ ਸੋਚਿਆ। ਅਸੀਂ ਇਸ ਪ੍ਰਾਪੇਗੰਡੇ ਦਾ ਹਿੱਸਾ ਤਾਂ ਬਣਦੇ ਰਹੇ ਹਾਂ, ਪਰ ਇਹਨੂੰ ਰੋਕਣਾ ਕਿਵੇਂ, ਇਸ ਦਾ ਜਵਾਬ ਕਿਵੇਂ ਦੇਣਾ, ਅਸੀਂ ਕਦੇ ਨਹੀਂ ਸੋਚਿਆ। ਨੰਬਰ 1, ਨੌਜਵਾਨਾਂ ਕੋਲ ਪ੍ਰੋਗਰਾਮ ਕੋਈ ਨਹੀਂ ਹੈਗਾ ਤੇ ਸਰਕਾਰ ਉਹਨਾਂ ਨੂੰ ਐਕਟਿਵ ਪੋਲਿਟਿਕਸ ਤੋਂ ਦੂਰ ਕਰ ਰਹੀ ਹੈ ਤੇ ਜਿਹੜੀ ਘਟੀਆ ਪੋਲਿਟਿਕਸ ਹੈ, ਡਰਟੀ ਪੋਲਿਟਿਕਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਲਗਾਤਾਰ ਉਹਦੇ 'ਚ ਸ਼ਾਮਲ ਹੋ ਰਹੇ ਨੇ ਨੌਜਵਾਨ, ਉਹ ਰੋਕਣਾ ਹੋਊਗਾ। 2020 ਤੇ ਪੰਜਾਬ ਦਾ ਨੌਜਵਾਨ ਜਿਹੜਾ ਹੈ, ਰੈਫਰੈਂਡਮ 2020 ਤੇ ਪੰਜਾਬ ਦਾ ਨੌਜਵਾਨ ਜਿਹੜਾ ਹੈ, ਇਸ ਵੇਲੇ ਅਸੀਂ ਦੇਖਦੇ ਹਾਂ ਭਾਵੇਂ ਉਹ ਵੱਖ-ਵੱਖ ਧੜਿਆਂ ਦੇ ਵਿੱਚ, ਵੱਖ-ਵੱਖ ਵਿਧਾਵਾਂ ਦੇ ਵਿੱਚ ਐਕਟਿਵ ਹੋ ਕੇ ਆਪਣਾ ਰੋਲ ਨਿਭਾ ਰਿਹਾ। ਸੰਗੀਤ ਦੀ ਗੱਲ ਕਰ ਲਈਏ, ਨਸ਼ੇ ਦੀ ਗੱਲ ਕਰ ਲਈਏ, ਡਰਟੀ ਪੋਲਿਟਿਕਸ ਦੀ ਗੱਲ ਕਰੀਏ, ਉਹਦੇ ਬਾਵਜੂਦ ਰੈਫਰੈਂਡਮ 2020 ਦੇ ਲਈ ਪੰਜਾਬ ਦਾ ਨੌਜਵਾਨ 90% ਆਪਣੇ ਆਪ ਨੂੰ ਤਿਆਰ ਕਰ ਚੁੱਕਾ ਹੈ। ਇਹ ਇੱਕ ਪੋਜ਼ਿਟਿਵ ਗੱਲ ਹੈ ਇਸ ਦੀ। ਸੋ ਇਹ ਪੋਟੈਂਸ਼ੀਅਲ ਹੈ, ਬਗਾਵਤ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਪੰਜਾਬ ਦੇ ਵਿੱਚ ਹੈ ਨੇ ਤੇ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਇੱਕ ਪ੍ਰਾਪੇਗੰਡਾ ਕੀਤਾ ਗਿਆ ਸੀ ਸਭ ਤੋਂ, ਜਿਸ ਨੇ ਸਿੱਖਾਂ ਦਾ ਨੁਕਸਾਨ ਕੀਤਾ। ਇੱਕ ਤਰ੍ਹਾਂ ਦਾ ਜੀਨੋਸਾਈਡ ਹੀ ਹੈ ਇਹ ਵੀ, ਜਿਹੜੇ ਪ੍ਰਾਪੇਗੰਡੇ ਦੀ ਮੈਂ ਗੱਲ ਕਰਨ ਲੱਗਿਆ। ਇੱਕ ਦਿੱਲੀ ਰੇਡੀਓ ਨੌਕਰੀ ਕਰਦਾ ਸੀ, ਸਾਹਮਣੇ ਯੋਜਨਾ ਭਵਨ ਦੀ ਬਿਲਡਿੰਗ ਆ ਆਲ ਇੰਡੀਆ ਰੇਡੀਓ ਦੇ, ਹੋਰ ਉੱਥੋਂ UNI ਦੀ ਬਿਲਡਿੰਗ ਹੈ, ਨਾਲ ਬਿਲਕੁਲ ਪਾਰਲੀਮੈਂਟ ਐਨੈਕਸੀ ਹੈ, ਪ੍ਰਾਈਮ ਮਿਨਿਸਟਰ ਆਫਿਸ ਹੈ ਤੇ ਉਹ ਵਿੱਚ ਆਲ ਇੰਡੀਆ ਰੇਡੀਓ ਹੈ। ਤੇ ਉੱਥੇ ਕਦੇ ਬਾਹਰ ਨਿਕਲ ਕੇ ਜਾਂ ਸਾਹਮਣੇ ਕਿਤੇ ਚਾਹ ਚੂ ਪੀਣ ਲੱਗਦੇ ਸੀ, ਇੱਕ ਅਫਸਰ ਉੱਥੇ ਦੁਪਹਿਰ ਨੂੰ
ਚਾਹ ਚੂ ਪੀਂਦਾ ਸੀ ਰੋਟੀ ਖਾਣ ਤੋਂ ਬਾਅਦ, ਥੋੜਾ ਜਿਹਾ ਕਦਮ ਚੱਲਦਾ ਸੀ ਉਹ। ਉਹਨੂੰ ਮੈਂ ਗੱਲ ਕੀਤੀ, ਮੈਂ ਕਿਹਾ ਵੀ ਤੁਸੀਂ ਉਦੋਂ ਮੈਂ ਏਦਾਂ ਦੇ ਭੇਸ 'ਚ ਨਹੀਂ ਸੀ। ਮੈਂ ਕਿਹਾ ਵੀ ਤੁਸੀਂ ਪੰਜਾਬ 'ਚ ਸਿੱਖਾਂ ਦੇ ਖਿਲਾਫ ਇੰਨਾ ਕਿਉਂ? ਪੰਜਾਬ ਦਾ ਸਿੱਖ, ਮੈਂ ਕਿਹਾ ਵੀ ਦੇਸ਼ ਦੀ ਫੌਜ ਦੇ ਵਿੱਚ ਨੌਕਰੀ ਕਰਦਾ, ਦੇਸ਼ ਦੀਆਂ ਸਰਹੱਦਾਂ ਨੂੰ ਬਚਾਉਂਦਾ, ਇੰਨਾ ਅੰਨ ਪੈਦਾ ਕਰਦਾ, ਪੂਰੇ ਦੇਸ਼ ਦੇ ਵਿੱਚ ਸਾਰੇ ਅੰਨ ਦੀ ਪੂਰਤੀ ਹੁੰਦੀ ਹੈ, ਤੇ ਹੋਰ ਵੀ ਕਈ ਗੱਲਾਂ ਦੇ ਵਿੱਚ ਮੈਂ ਕਿਹਾ ਪੰਜਾਬ ਤਾਂ ਕੰਪੈਰੇਟਿਵਲੀ ਜੇ ਆਪਾਂ ਡਾਟਾ ਐਨਾਲਾਈਜ਼ ਕਰੀਏ ਪੰਜਾਬ ਦਾ ਬਾਕੀਆਂ ਸਟੇਟਾਂ ਨਾਲੋਂ, ਤਾਂ ਪੰਜਾਬ ਦੇ ਵਿੱਚ ਕ੍ਰਾਈਮ ਹਮੇਸ਼ਾ ਹੀ ਘਟ ਰਿਹਾ ਸ਼ੁਰੂ ਤੋਂ ਹੀ। 1978 ਤੋਂ ਲੈ ਕੇ 1984 ਤੱਕ ਵੀ ਪੰਜਾਬ 'ਚ ਕ੍ਰਾਈਮ ਦੀ ਜਿਹੜੀ ਦਰ ਸੀ ਬਾਕੀ ਸਟੇਟਾਂ ਨਾਲੋਂ ਬਹੁਤ ਘੱਟ ਸੀ। ਮੈਂ ਉਹਨੂੰ ਥੋੜ੍ਹੀ ਜਿਹੀਆਂ ਗੱਲਾਂ ਕੀਤੀਆਂ, ਹਵਾਲੇ ਦਿੱਤੇ, ਉਹ ਕਹਿੰਦਾ ਵੀ ਨਹੀਂ ਇਹ ਗੱਲ ਨਹੀਂ ਹੈਗੀ। ਕਹਿੰਦਾ ਸਾਡੀ ਪਾਲਿਸੀ ਹੈ ਕਿ ਅਸੀਂ ਜਿਹੜਾ ਹੈ ਉਹ ਪ੍ਰੈਸ਼ਰ ਦੇ ਵਿੱਚ ਰੱਖਣਾ, ਪੰਜਾਬ ਨੂੰ ਤਣਾਅ ਦੇ ਵਿੱਚ ਰੱਖਣਾ ਹਮੇਸ਼ਾ ਹੀ। ਮੈਂ ਕਿਹਾ ਵੀ ਕਿਉਂ? ਕਹਿੰਦਾ ਯਾਰ ਇਹ ਹੱਸਦੇ ਨੇ ਨਾ ਲੋਕ, ਐਂ ਲੱਗਦਾ ਵੀ ਸਾਨੂੰ ਮਜ਼ਾਕ ਕਰ ਰਹੇ ਹੁਣ, ਭਾਵੇਂ ਆਪਣੀਆਂ ਗੱਲਾਂ 'ਚ ਹੀ ਹੱਸ ਰਹੇ ਹੁਣ। ਅਸੀਂ ਦੂਰ ਬੈਠੇ ਵੀ, ਉਹਨਾਂ ਤੋਂ 10 ਕਦਮਾਂ ਦੇ ਦੂਰ ਬੈਠੇ ਵੀ ਇਹ ਸੋਚਦੇ ਆ ਕਿ ਯਾਰ ਇਹ ਮਜ਼ਾਕ ਸਾਨੂੰ ਤਾਂ ਨਹੀਂ ਕਰ ਰਹੇ, ਕਿਤੇ ਸਾਡੇ ਤੇ ਤਾਂ ਨਹੀਂ ਹੱਸ ਰਹੇ। ਤੇ ਦੂਜੀ ਗੱਲ ਕਹਿੰਦਾ ਵੀ ਜਦੋਂ ਇਹ ਚलते हैं ना, जैसे ये चाहे भीड़ में ही चल रहे हो, ऐसे लगता है ये कोई महाराजा आ रहा है भीड़ में, एक इनमें से राज की बू आती है। ਉਹ ਇੱਕ ਆਮ ਅਫਸਰ ਸੀ, ਉਹ ਇੱਕ ਆਮ ਅਫਸਰ ਦੀ ਇਹ ਗੱਲ ਸੀ। ਤੇ ਮੈਂ ਕਿਹਾ ਵੀ ਯਾਰ ਇਹ ਤਾਂ ਗੱਲ ਮਤਲਬ ਠੀਕ ਹੈ ਵੀ ਏਦਾਂ ਦੀ ਗੱਲ ਤਾਂ ਹੋ ਸਕਦੀ ਹੈ, ਪਰ ਇਹਦੇ ਲਈ ਤੁਸੀਂ ਕੁਝ ਗੱਲਾਂ ਤੱਕ ਹੀ ਸੀਮਿਤ ਹੋ ਜਾਂ ਕੁਝ ਕੀਤਾ ਵੀ? ਜਦੋਂ ਗੱਲ ਦਾ ਕਿਸੇ ਨੂੰ ਪਤਾ ਲਾਉਣਾ ਹੁੰਦਾ, ਕੱਢਣੀ ਹੁੰਦੀ ਹੈ ਗੱਲ, ਫਿਰ ਉਸ ਤਰੀਕੇ ਨਾਲ ਹੁੰਦੀ ਹੈ। वो कहता कि पंजाब में 1960 से लेकर जब से हरी क्रांति आई, हमने साथ में लगातार ये प्रचार किया कि दो ही काफी, होर से माफी। छोटा परिवार सुखी परिवार, जितना छोटा परिवार होगा सुखी परिवार होगा। इस ते कहता भारत सरकार ने करोड़ां रुपया खर्च किया पंजाब दे विच प्रचार करन दे लई, ते उस प्रचार का, उस प्रापेगंडे का असर की पिया कि जट्टां दे दिमाग 'ਚ ਗੱਲ ਵੜ ਗਈ कि ਜ਼ਮੀਨਾਂ ਨਾ ਵੰਡੀਆਂ ਜਾਣ ਸਾਡੀਆਂ, कि ਇੱਕ ਬੱਚਾ ਹੋਊਗਾ, ਇੱਕ ਪੁੱਤਰ ਹੋਊਗਾ ਤੇ ਬਸ ਠੀਕ ਹੈ, ਜ਼ਮੀਨ ਉਹਦੇ ਕੋਲ ਹੀ ਜਾਊਗੀ। ਤੇ ਅੱਜ ਹਾਲਤ ਇਹ ਹੈ ਕਿ ਉਹ ਨਾਰਾ ਸੀ ਦੋ ਹੀ ਕਾਫੀ, ਹੋਰ ਤੋਂ ਮਾਫੀ। ਅੱਜ ਜਿਹੜਾ ਮੇਰੇ ਕੋਲ ਅੰਕੜੇ ਸਨ ਕਿ ਅੱਜ ਜਿਹੜਾ ਆਮ ਇੱਕ ਪਰਿਵਾਰ ਆ, ਸਿੱਖ ਪਰਿਵਾਰ, ਉਹ ਦੋ ਹੀ ਕਾਫੀ ਨਹੀਂ, ਉਹ ਕਹਿੰਦਾ ਇੱਕ ਹੀ ਕਾਫੀ, ਹੋਰ ਤੋਂ ਮਾਫੀ। ਤੇ ਸਥਿਤੀ ਇਹ ਹੋ ਜਾਣੀ ਹੈ 1981 ਦੀ ਮਰਦਮਸ਼ੁਮਾਰੀ ਦੇ ਵਿੱਚ ਜਿਹੜੇ 14 ਸਾਲ ਤੋਂ ਲੈ ਕੇ 28 ਸਾਲ ਤੱਕ ਦੀ ਉਮਰ ਦੇ ਬੱਚੇ ਸਨ, ਉਹ 47 ਲੱਖ ਸਨ। 1991 ਦੀ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਦੀ ਗਿਣਤੀ ਹੋਰ ਘਟ ਗਈ। 2001 ਦੀ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਦੀ ਗਿਣਤੀ ਹੋਰ ਥੱਲੇ ਆ ਗਈ, ਤੇ 2011 ਦੀ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਦੀ ਗਿਣਤੀ ਮਹਿਜ਼ ਜਿਹੜੀ ਸੀ ਉਹ 23 ਲੱਖ ਦੇ ਆਸ-ਪਾਸ ਸੀਗੀ। ਤੇ ਹੁਣ 2021 ਦੀ ਮਰਦਮਸ਼ੁਮਾਰੀ ਆਉਣ ਵਾਲੀ ਹੈ, ਉਹਦੇ 'ਚੋਂ ਗਿਣਤੀ ਕਿੱਥੇ ਜਾਊਗੀ? ਇਹ ਪ੍ਰਾਪੇਗੰਡੇ ਦਾ ਅਸਰ ਹੈ ਸਾਰਾ। ਸੋ ਇਸ ਗੱਲ ਨੂੰ ਅਸੀਂ ਧਿਆਨ 'ਚ ਰੱਖੀਏ ਕਿ ਕੋਈ ਵੀ ਗੱਲ ਤੁਹਾਡੇ ਤੱਕ ਜਿਵੇਂ ਪਹੁੰਚਦੀ ਹੈ, ਉਸ ਨੂੰ ਸਮਝਣਾ ਕਿਵੇਂ ਹੈ, ਤੇ ਜਿਹੜੀ ਵੀ ਗੱਲ ਤੁਹਾਡੇ ਕੋਲ ਜਿਸ ਰੂਪ ਦੇ ਵਿੱਚ ਆ ਰਹੀ ਹੈ, ਉਹ ਜਿਹੜੇ ਕੌਣ ਲੋਕ ਨੇ ਜਿਹੜੇ ਉਹ ਤੁਹਾਨੂੰ ਭੇਜਣ ਵਾਲੇ ਨੇ, ਉਹਦਾ ਸਿਰਾ ਲੱਭਣ ਦੀ ਕੋਸ਼ਿਸ਼ ਕਰਿਆ ਕਰੋ। ਤੇ ਉਹਦੇ ਬਾਰੇ ਜਿਹੜੇ ਤੁਹਾਡੇ ਇੰਟੈਲੀਜੈਂਟ, ਤੁਹਾਡੇ ਜਿਹੜੇ ਸਮਝਦਾਰ, ਸੂਝ-ਬੂਝ ਵਾਲੇ ਜਿਹੜੇ ਲੋਕ ਨੇ, ਉਹ ਜਿਹੜੇ ਹੈ ਨੇ, ਉਹ ਤੁਹਾਡੇ ਜਿਹੜੇ ਸਲਾਹਕਾਰ ਹੋਣੇ ਚਾਹੀਦੇ ਨੇ। ਤੁਹਾਨੂੰ ਤੁਸੀਂ ਉਹਨਾਂ ਕੋਲੋਂ ਸਲਾਹ ਲੈ ਸਕਦੇ ਹੋ, ਪੁੱਛ ਸਕਦੇ ਹੋ, ਤੇ ਸੁਚੇਤ ਰਹਿਣਾ ਪਏਗਾ ਕਿ ਕਿਵੇਂ, ਕਿਸ ਤਰੀਕੇ ਨਾਲ ਜਿਹੜਾ ਹੈ ਉਹ ਸਰਕਾਰ ਤੁਹਾਡੇ ਤੱਕ ਗੱਲਾਂ ਭੇਜਦੀ ਹੈ, ਖਬਰਾਂ ਭੇਜਦੀ ਹੈ, ਤੇ ਉਹ ਕਿਸ ਅਸਰ ਪਾਉਣ ਦੇ ਤਹਿਤ, ਕਿਸ ਮਨੋਰਥ ਦੇ ਨਾਲ ਭੇਜੀਆਂ ਜਾਂਦੀਆਂ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਰੈਫਰੈਂਡਮ 2020 ਦੀ ਜਿਹੜੀ ਲਹਿਰ ਹੈ, ਉਹਦੇ ਬਾਰੇ ਕੋਈ ਘਾੜਤ ਘੜੀ ਜਾ ਰਹੀ ਹੋਵੇ, ਉਹਦੇ ਬਾਰੇ ਕੋਈ ਖਬਰ ਤਿਆਰ ਕੀਤੀ ਜਾ ਰਹੀ ਹੋਵੇ ਇਸ ਤਰ੍ਹਾਂ ਦੀ ਨੈਗੇਟਿਵ ਪ੍ਰਾਪੇਗੰਡਾ ਬਣਾਉਣ ਦੇ ਲਈ। ਤੇ ਹਾਲੇ ਤਾਂ 2-4 ਲੋਕਾਂ ਨੇ ਬਿਆਨ ਦਿੱਤੇ ਨੇ, ਮਨਜੀਤ ਜੀਕੇ ਨੇ ਬਿਆਨ ਦਿੱਤੇ ਨੇ, ਤੇ ਪੰਜਾਬ ਤੋਂ ਇੱਕ ਅੱਧੇ ਬੰਦੇ ਨੇ ਬਿਆਨ ਦਿੱਤਾ, ਤੇ ਹਾਲੇ ਤਾਂ ਬਹੁਤੇ ਲੋਕ ਤਿਆਰ ਨਹੀਂ ਹੋਏ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਣ ਦੇ ਲਈ ਸਰਕਾਰ ਦੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਜਿਹਾ ਵਿਅਕਤੀ ਅੱਗੇ ਆ ਸਕਦਾ, ਪਰ ਇਸ ਤੋਂ ਤੁਸੀਂ ਸੁਚੇਤ ਰਹਿਣਾ ਹੋਏਗਾ। ਸੋ ਸਮਾਂ ਹੋ ਗਿਆ ਜੀ, ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖੀਏ, ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਹਿਮ ਕਿਸਮ ਦੇ, ਨਾਜ਼ੁਕ ਕਿਸਮ ਦੇ ਜਿਹੜੇ ਮਜ਼ਮੂਨ ਨੇ, ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗੱਲਬਾਤ ਨੂੰ
ਆਪਣੇ ਵੱਧ ਤੋਂ ਵੱਧ ਭਰਾਵਾਂ ਤੱਕ ਅੱਗੇ ਤੱਕ ਲੈ ਕੇ ਜਾਓਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇਸੇ ਤਰ੍ਹਾਂ ਤੁਸੀਂ ਦੇਖਦੇ ਰਿਹਾ ਕਰੋ, ਸ਼ੇਅਰ ਕਰਦੇ ਰਿਹਾ ਕਰੋ, ਸਾਥ ਦਿੰਦੇ ਰਿਹਾ ਕਰੋ ਤੇ ਜਿਉਂਦੇ ਵਸਦੇ ਰਹੋ। ਆਪਣੇ ਜ਼ਿਹਨ ਨੂੰ ਤਰੋਤਾਜ਼ਾ ਰੱਖੋ, ਜਾਗਦੇ ਰਹੋ ਤੇ ਦਿਨ ਆਏਗਾ ਕਿ ਅਸੀਂ ਅੰਮ੍ਰਿਤਸਰ ਇਕੱਠੇ ਹੋਵਾਂਗੇ ਇੱਕ ਵਾਰ ਫੇਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਮੈਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੀ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। BC ਗੁਰਦੁਆਰਾ ਕੌਂਸਲ ਵੱਲੋਂ 15 ਅਗਸਤ ਦਿਨ ਸ਼ਨੀਵਾਰ ਨੂੰ ਇੰਡੀਅਨ ਕੌਂਸਲੇਟ ਦੇ ਮੂਹਰੇ ਵੈਨਕੂਵਰ ਹਾਊਸ ਸਟਰੀਟ ਤੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਸਾਧ ਸੰਗਤ ਦੇ ਭੈਣਾਂ ਭਰਾਵਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਉੱਥੇ ਵੱਧ ਤੋਂ ਵੱਧ ਆਪਾਂ ਪਹੁੰਚੀਏ। ਇਹ ਸਿੱਖਾਂ ਦਾ ਆਜ਼ਾਦੀ ਦੇ ਨਾਲ ਕੋਈ ਸੰਬੰਧ ਨਹੀਂ। ਸਿੱਖ ਅੱਜ ਵੀ ਭਾਰਤ ਦੇ ਵਿੱਚ ਗੁਲਾਮ ਹਨ। ਸਾਡੇ ਨੌਜਵਾਨਾਂ ਤੇ UAPA ਲਾ ਕੇ, ਟਾਂਡੇ ਪੂਟੇ ਲਾ ਕੇ ਜੇਲ੍ਹਾਂ ਵਿੱਚ 30-30 ਸਾਲਾਂ ਤੋਂ ਬੰਦ ਕੀਤੇ ਹੋਏ ਹਨ। ਜਿਸ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੁਰੱਖਿਅਤ ਨਹੀਂ, ਸਾਡੀਆਂ ਧੀਆਂ ਭੈਣਾਂ ਮਾਵਾਂ ਸੁਰੱਖਿਅਤ ਨਹੀਂ, ਜਿਸ ਮੁਲਕ ਦੇ ਵਿੱਚ ਸਾਡੇ ਗਲਾਂ ਦੇ ਵਿੱਚ ਟਾਇਰ ਪਾਏ ਗਏ, ਜਿਸ ਮੁਲਕ ਦੇ ਵਿੱਚ ਸਾਡੇ ਜਾਨ ਤੋਂ ਪਿਆਰੇ ਤਖਤ ਅਕਾਲ ਤਖਤ ਢਾਏ ਗਏ, ਉਸ ਮੁਲਕ ਦੇ ਨਾਲ ਕੋਈ ਸਾਡਾ ਸੰਬੰਧ ਨਹੀਂ। ਇਸ ਕਾਲੇ ਦਿਨ ਨੂੰ ਮਨਾਉਣ ਵਾਸਤੇ 15 ਅਗਸਤ 2020 ਹਾਊਸ ਸਟਰੀਟ ਤੇ 8 ਗੁਰੂ ਘਰਾਂ ਦੀਆਂ ਸੁਸਾਇਟੀਆਂ ਵੱਲੋਂ BC ਸਿੱਖ ਕੌਂਸਲ ਵੱਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਉੱਥੇ ਵੱਧ ਤੋਂ ਵੱਧ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।